क्वेश्चन नंबर 13 चेक करो. A, B, C, D, E, F, G and H, 8 persons are sitting around a circle table facing the center. No two males or two females are immediate neighbor of each other. कोई भी दो मेल या दो फीमेल इमीडिएट नेबर नहीं है. सो दो मेल भी इकट्ठे नहीं हो सकते ਤੇ दो फीमेल भी इकट्ठे नहीं हो सकते. A is wife of H. ठीक है. सो ਇਹਦਾ मतलब A कौन है? फीमेल है. ਤੇ H कौन है? मेल है. A sits third to the left of E. सो ਆਪਾਂ 8 ਪਰਸਨਸ ਬਣਾਵਾਂਗੇ. A sits third to the left of E. ਸੋ ਆਪਾਂ ਬੇਸ ਲਵਾਂਗੇ E ਨੂੰ. ਇਹਦੇ 1 2 3 ਲੈਫਟ ਤੇ ਕੀ ਆ ਜਾਏਗਾ A ਤੇ A ਕੌਣ ਹੈ? ਫੀਮੇਲ. ਸੋ A sits third to the left of E. ਕਿਉਂਕਿ ਇਹ ਫੀਮੇਲ ਹੈ ਦੈਟ ਮੀਨਸ ਇੱਧਰਲੀ ਸਾਈਡ ਵੀ ਜੋ ਹੋਣਾ ਚਾਹੀਦਾ ਉਹ ਕੌਣ ਹੋਣਾ ਚਾਹੀਦਾ ਹੈ? ਮੇਲ. ਤੇ ਇੱਧਰ ਵੀ ਜੋ ਹੋਣਾ ਚਾਹੀਦਾ ਉਹ ਕੌਣ ਹੋਣਾ ਚਾਹੀਦਾ ਹੈ? ਮੇਲ. ਤੇ ਜੇ ਆਹ ਮੇਲ ਹੈ ਤੇ ਆਹ ਮੇਲ ਹੈ ਫਿਰ ਇਹਨਾਂ ਦੇ ਇੱਧਰਲੀ ਸਾਈਡ ਕੌਣ ਹੋਣਾ ਚਾਹੀਦਾ ਹੈ? ਫੀਮੇਲ. ਤੇ ਇੱਥੇ ਵੀ ਕੌਣ ਹੋਣਾ ਚਾਹੀਦਾ ਹੈ? ਫੀਮੇਲ. ਤੇ ਆਹ ਫੀਮੇਲ ਹੈ ਤੇ ਫਿਰ ਇੱਧਰ ਕੌਣ ਹੋਣਾ ਚਾਹੀਦਾ ਹੈ? ਮੇਲ. ਤੇ E ਵੀ ਕੌਣ ਹੋ ਗਿਆ ਫਿਰ? ਮੇਲ. ਤੇ ਆਹ ਕੌਣ ਹੋ ਗਿਆ? ਫੀਮੇਲ. ਸੋ ਮੈਂ ਇੱਦਾਂ ਕਿਉਂ ਡਿਫਾਈਨ ਕਰ ਰਿਹਾ? ਕਿਉਂਕਿ ਕੋਈ ਵੀ ਦੋ ਮੇਲ ਜਾਂ ਦੋ ਫੀਮੇਲ ਇਕੱਠੇ नहीं है. सो सानू ये पता लग गया सारे एक पासे फीमेल आ गया. सो सानू बाकी सारे पासे पता लग जाएगा कौन कितने मेल है कौन कितने फीमेल है. आई होप तुहानू ये क्लियर हो गया. तो ये H मेल सी ए फीमेल सी इज वाइफ ऑफ H. F सिट्स सेकंड टू द राइट ऑफ D. D हले नहीं है आपा को. D इज नॉट एन इमीडिएट नेबर ऑफ A और E. सो A ਦਾ ਇਮੀਡੀਏਟ ਨੇਬਰ ਵੀ ਨਹੀਂ ਹੈ, E ਦਾ ਇਮੀਡੀਏਟ ਨੇਬਰ ਵੀ ਨਹੀਂ ਹੈ. ਸੋ D ਦੇ ਦੋ ਆਪਸ਼ਨਸ ਬਚਦੇ ਆ ਕਿਉਂਕਿ 1 2 3 4 ਆਪਸ਼ਨ ਖਤਮ ਹੋ ਜਾਂਦੇ ਆ. ਆ ਦੋ ਤੇ ਪਹਿਲੇ ਅਰੇਂਜਮੈਂਟਸ ਹੈ, ਆ ਦੋ ਬਚਦੇ ਆ. ਤੇ ਆਪਾਂ ਨੂੰ ਕਿਹਾ ਗਿਆ ਸੀ A ਸਿਟਸ ਥਰਡ ਟੂ ਦ ਲੈਫਟ ਆਫ F ਸਿਟਸ ਸੈਕੰਡ ਟੂ ਦ ਰਾਈਟ ਆਫ D. ਸੋ ਜੇ ਆਪਾਂ D ਇੱਥੇ ਲਈਏ ਕਲੌਕਵਾਈਜ਼ ਨਹੀਂ ਜਾਣਾ, ਐਂਟੀ ਕਲੌਕਵਾਈਜ਼ ਜਾਣਾ 1 2. ਇੱਥੇ F ਆਏਗਾ ਨਹੀਂ ਐਕਚੁਅਲੀ. ਸੋ ਦੈਟ ਮੀਨਸ D ਇੱਥੇ ਵੀ ਨਹੀਂ ਹੋ ਸਕਦਾ. ਸੋ D ਇੱਥੇ ਹੋਏਗਾ ਤੇ ਇੱਥੇ ਕੌਣ ਹੋਏਗਾ? F. ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ. ਇੱਥੇ D ਆਪਾਂ ਕਿਉਂ ਨਹੀਂ ਲੈ ਰਹੇ? ਕਿਉਂਕਿ ਇਹਦੇ ਸੈਕੰਡ ਰਾਈਟ ਤੇ ਆਪਾਂ F ਨੂੰ ਅਰੇਂਜ ਨਹੀਂ ਕਰ ਸਕਦੇ. ਆ ਕਲੀਅਰ ਹੋ ਰਿਹਾ ਨਾ? F ਸਿਟ ਸੈਕੰਡ ਟੂ ਦ ਰਾਈਟ ਆਫ D. ਸੋ D ਦੇ ਰਾਈਟ ਦੇ ਵਿੱਚ ਸੈਕੰਡ ਤੇ F ਲਵਾਂਗੇ. ਸੋ D ਦੇ ਰਾਈਟ ਦੇ ਵਿੱਚ ਸੈਕੰਡ F ਇੱਥੇ ਆ ਸਕਦਾ ਹੈ. ਜੇ D ਇੱਥੇ ਲਈਏ ਤਾਂ ਇੱਥੇ F ਨਹੀਂ ਆਏਗਾ. H and C are immediate neighbor of each other. ਸੋ H and C immediate neighbor ਹੈ. ਸੋ H and C ਇੱਥੇ ਤਾਂ ਨਹੀਂ ਆ ਸਕਦੇ ਕਿਉਂਕਿ ਆਪਸ਼ਨ ਹੈ ਨਹੀਂ. ਇੱਥੇ ਵੀ ਨਹੀਂ ਆ ਸਕਦੇ ਕਿਉਂਕਿ ਇੱਕੋ ਹੀ ਪਲੇਸ ਹੈ. ਇੱਥੇ ਦੋ ਪਲੇਸਿਸ ਹੈਗੀਆਂ. बट मैं H ਨੂੰ ਇੱਥੇ ਲਊਂਗਾ, C ਨੂੰ ਇੱਥੇ ਲਊਂਗਾ. ਉਹ ਕਿਉਂ? ਕਿਉਂਕਿ ਮੈਨੂੰ ਪਤਾ H ਕੌਣ ਹੈ? ਮੇਲ ਹੈ. ਕਿੱਦਾਂ ਪਤਾ H ਮੇਲ ਹੈ? ਕਿਉਂਕਿ ਲਿਖਿਆ ਸੀ A ਇਜ਼ ਵਾਈਫ ਆਫ H. ਸੋ ਇਹ ਫੀਮੇਲ ਸੀ ਤੇ H ਕੌਣ ਸੀ? ਮੇਲ. ਸੋ ਇਸ ਕਰਕੇ ਇੱਥੇ ਇੱਕ ਫੀਮੇਲ ਆਣੀ ਹੈ ਇੱਥੇ ਇੱਕ ਮੇਲ. ਸੋ ਆਪਾਂ C ਨੂੰ ਉੱਪਰ ਰੱਖਾਂਗੇ ਫੀਮੇਲ ਦੀ ਜਗ੍ਹਾ ਤੇ ਤੇ H ਨੂੰ ਮੇਲ ਦੀ ਜਗ੍ਹਾ ਤੇ. ਹੁਣ ਆ ਦੋ ਆਪਸ਼ਨਸ ਰਹਿ ਗਈਆਂ. F ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਹਿਜ਼ ਵਾਈਫ B. ਸੋ F ਹੈ ਜਿਹੜਾ ਉਹ ਆਪਣੀ ਵਾਈਫ B ਦਾ ਇਮੀਡੀਏਟ ਨੇਬਰ ਨਹੀਂ ਹੈ. ਸੋ ਇੱਥੇ B ਨਹੀਂ ਹੋ ਸਕਦੀ, ਇੱਥੇ ਹੋ ਸਕਦੇ B. ਸੋ ਇੱਥੇ ਕੌਣ ਹੋਏਗਾ? A B C D E F. ਸੋ ਇੱਥੇ ਆਪਾਂ ਅਰੇਂਜ ਕਰਾਂਗੇ G ਤੇ H. ਸੋ ਆ ਕੰਪਲੀਟ ਹੋ ਜਾਂਦੇ. ਸੋ ਇਹਦੇ ਵਿੱਚ ਸਾਨੂੰ ਪਤਾ ਹੈ A ਕੌਣ ਹੈ? ਵਾਈਫ ਆਫ H. ਤੇ ਸਾਨੂੰ ਇਹ ਵੀ ਪਤਾ ਹੈ B ਕੌਣ ਹੈ? ਵਾਈਫ ਆਫ F. ਠੀਕ ਹੈ ਜੀ. ਸੋ ਕੁਐਸਚਨ ਦੇਖਦੇ ਇਹਨਾਂ ਦੇ ਬੇਸ ਤੇ. ਫਸਟ ਕੁਐਸਚਨ ਕੀ ਹੈ? ਵਿਚ ਆਫ ਦ ਫੋਲੋਇੰਗ ਇਜ਼ ਟਰੂ ਅਬਾਊਟ G. G ਬਾਰੇ ਕੀ ਸਹੀ ਹੈ? ਨਨ ਇਜ਼ ਟਰੂ. G ਸਿਟ ਸੈਕੰਡ ਟੂ ਦ ਰਾਈਟ ਆਫ B. B ਦੇ ਸੈਕੰਡ ਰਾਈਟ ਤੇ G ਡੈਫੀਨੇਟਲੀ ਸਹੀ ਹੈ. ਸੋ ਇਹ ਆਨਸਰ ਕੀ ਆ ਜਾਏਗਾ? ਫੋਰਥ. ਕੀ ਕਲੀਅਰ ਹੋ ਗਿਆ? ਨੈਕਸਟ ਹੈ ਹੂ ਸਿਟਸ ਥਰਡ ਟੂ ਦ ਲੈਫਟ ਆਫ B. B ਦੇ ਥਰਡ ਲੈਫਟ ਤੇ ਕਲੌਕਵਾਈਜ਼ 1 2 3 H. ਸੋ ਆਨਸਰ ਆ ਗਿਆ ਸੈਕੰਡ. How many people sit between B and F when counted in anti-clockwise direction from B? B to anti-clockwise F तक दो जने आंदे. So answer क्या आ जाएगा? 2. 4 of the following 5 are alike in a certain way and so form a group. Which is the one that does not belong to that group? So केड़ा group नू belong नहीं करता? Check करते हैं. H F E G D. H F E G D. सो जे आप चेक करिए E D F H तीनों चारों मेल है बट G कौन है? फीमेल है. सो आप जो आंसर टिक करांगे वो क्या होएगा? फोर्थ. विच आर द फॉलोइंग ग्रुप कंसिस्ट्स ऑफ ओनली फीमेल मेंबर्स ऑफ द ग्रुप? सिर्फ फीमेल मेंबर्स कौन है? फीमेल मेंबर्स कौन है वैसे? B G C A. B G C A. सो A B H नहीं होएगा. G F C नहीं होएगा. C H G नहीं होएगा. DH. So none of these. So answer क्या रहेगा? 5.
ओके 6 क्वेश्चन भी है. If all the persons are made to sit in alphabetical order in clockwise direction starting from A, the position of how many excluding A will remain unchanged as compared to the original sitting positions. So ਜੇ ਆਪਾਂ A ਤੋਂ ਸਟਾਰਟ ਕਰੀਏ ਇੱਥੋਂ ਤੇ ਇੱਥੇ ਆ ਜਾਏਗਾ A, ਇਹਨੂੰ ਐਕਸਕਲੂਡ ਕਰ ਦੇਣਾ. ਕਲੌਕਵਾਈਜ਼ ਡਾਇਰੈਕਸ਼ਨ 'ਚ ਇਹਨਾਂ ਨੂੰ ਅਲਫਾਬੈਟਿਕਲ ਆਰਡਰ 'ਚ ਬਿਠਾਉਣਾ ਹੈ. ਇੱਥੇ ਆ ਜਾਏਗਾ B C D. D ਆਪਣੀ ਪੋਜੀਸ਼ਨ ਤੇ ਹੈਗਾ ਅਨਚੇਂਜਡ. E F G H ਵੀ ਆਪਣੀ ਪੋਜੀਸ਼ਨ ਤੇ ਹੈਗਾ ਅਨਚੇਂਜ. ਸੋ D ਤੇ H ਇਹਨਾਂ ਨੂੰ ਅਲਫਾਬੈਟਿਕਲ ਆਰਡਰ 'ਚ ਅਰੇਂਜ ਕਰਨ ਤੋਂ ਬਾਅਦ ਵੀ ਇਹ ਆਪਣੀ ਪੋਜੀਸ਼ਨ ਤੇ ਹੈ. ਇਹਨੂੰ ਆਪਾਂ ਐਕਸਕਲੂਡ ਕਰਨਾ. ਸੋ ਆਪਣਾ ਜੋ ਆਨਸਰ ਹੈ ਉਹ ਕੀ ਹੈ 3. ਸੋ 2 ਜਣੇ ਹੈ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਪੋਜੀਸ਼ਨ ਅਨਚੇਂਜਡ ਹੈ. ਠੀਕ ਹੈ. ਸੋ ਇਹ ਕੰਪਲੀਟ ਹੋ ਜਾਂਦਾ ਤੁਹਾਡਾ 13th ਕੁਐਸਚਨ. LMNOPQR 7 persons are sitting around a circle facing the center. ठीक है. So 2 4 6 7. O is sitting between L and R. So O है जो वो L ਤੇ R ਦੇ ਵਿੱਚ ਹੈ. Q is second to the right of R. So ਇਹਨੂੰ ਆਪਾਂ ਬੇਸ ਲੈ ਸਕਦੇ ਹਾਂ R ਦੇ ਰਾਈਟ ਦੇ ਵਿੱਚ ਸੈਕਿੰਡ. ਇੱਥੇ ਕੌਣ ਹੈ Q. ਸੋ ਆਪਾਂ ਇਹਨੂੰ ਬੇਸ ਕਿਉਂ ਨਹੀਂ ਲਿਆ ਕਿਉਂਕਿ ਇੱਥੇ ਆਪਾਂ ਹਲੇ ਅਰੇਂਜ ਨਹੀਂ ਕਰ ਸਕਦੇ ਕੌਣ ਕਿੱਧਰ ਜਾਣਾ ਹੈ. ਇੱਥੇ ਸਾਨੂੰ ਪਤਾ ਹੈ R ਦੇ ਰਾਈਟ ਦੇ ਵਿੱਚ ਸੈਕਿੰਡ ਤੇ ਕੌਣ ਹੈ Q. ਤੇ ਹੁਣ R ਤੇ ਇੱਥੇ O ਤੇ ਇੱਧਰ L ਤਾਂ ਨਹੀਂ ਆ ਸਕਦਾ. ਸੋ ਇੱਧਰ ਆ ਜਾਏਗਾ O, ਇੱਧਰ ਆ ਜਾਏਗਾ L. ਸੋ L ਤੇ R ਦੇ ਵਿੱਚ O ਆ ਜਾਏਗਾ. P is second to the right of Q. Q ਦੀ second right ਤੇ ਕੌਣ ਹੋ ਗਿਆ P. N is not an immediate neighbor of R. N is not an immediate, ਸੋ ਆ ਹੋ ਗਿਆ N. ਸੋ ਇੱਥੇ ਕੌਣ ਹੋ ਜਾਏਗਾ L M. ਸੋ ਆ ਕੰਪਲੀਟ ਹੋ ਗਈ ਸਟੇਟਮੈਂਟ. ਸੋ ਇਹਦੇ ਜਿਹੜੇ ਕੁਐਸਚਨਸ ਹੈ ਤੁਸੀਂ ਟਰਾਈ ਕਰ ਸਕਦੇ ਹੋ. ਠੀਕ ਹੈ. ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟ. ਸੋ P sits to the opposite of N. ਇਹਦਾ ਆਪਾਂ ਨਹੀਂ ਕਹਿ ਸਕਦੇ. P and N are immediate neighbor. So P and N are immediate neighbor. ਸੋ ਇਸ ਤਰ੍ਹਾਂ ਤੁਸੀਂ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ. ਕੀ ਕਲੀਅਰ ਹੋ ਗਿਆ? ਬਹੁਤ ਸੌਖਾ ਕੁਐਸਚਨ ਹੈ. ਕੁਐਸਚਨ ਨੰਬਰ 15. 1 2 3 4 5 6 7 8 are 4 married couples. 4 married couples है, that means 4 कौन हो गए फीमेल ते 4 कौन हो गए मेल. Sitting in a circle facing the center. The profession of the males within the group is lecturer, lawyer, doctor ਤੇ scientist. So profession ਜਿਹੜੇ ਸਾਨੂੰ ਕਿਹਦੇ ਦਿੱਤੇ ਹੋਏ ਹੈ males ਦੇ. Among the males only R the lawyer and we the scientist are sitting together. ठीक है. ਸੋ 8 ਪਰਸਨਸ ਵਿੱਚ ਕਹਿੰਦਾ ਹੈ ਸਿਰਫ 2 ਮੇਲ ਹੈ ਨਾ ਜਿਹੜੇ R ਤੇ V. ਆ ਵੀ ਮੇਲ ਹੈ ਤੇ ਆ ਵੀ ਮੇਲ ਹੈ. R ਕੌਣ ਹੈ ਲਾਇਰ ਤੇ V ਕੌਣ ਹੈ ਸਾਇੰਟਿਸਟ. ਇਹ ਇਕੱਠੇ ਬੈਠੇ ਹੈ. ਦੈਟ ਮੀਨਸ ਕੋਈ ਫਿਰ ਬਾਕੀ ਜਿਹੜੇ ਮੇਲ ਹੈ ਉਹ ਇਕੱਠੇ ਨਹੀਂ ਹੈ, ਸਿਰਫ ਆ ਦੋਨੋਂ ਹੀ ਇਕੱਠੇ ਬੈਠੇ ਹੈ. ਬਟ ਇਹਨੂੰ ਹਲੇ ਆਪਾਂ ਅਰੇਂਜ ਤਾਂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਤਾ ਨਹੀਂ ਹੈ R ਜੇ ਆਪਾਂ ਇੱਥੇ ਲਈਏ ਤਾਂ V ਇੱਧਰ ਵੀ ਆ ਸਕਦਾ ਇੱਧਰ ਵੀ ਆ ਸਕਦਾ. ਸਮਝ ਰਹੇ ਹੋ? 2 ਆਪਸ਼ਨ ਬਣ ਜਾਣੀਆਂ. ਹਲੇ ਆਪਾਂ ਨੂੰ ਲੈਫਟ ਰਾਈਟ ਨਹੀਂ ਨਾ ਕਨਫਰਮ ਹੋਇਆ ਕੌਣ ਕਿਹਦੇ ਲੈਫਟ 'ਚ ਹੈ ਕੌਣ ਕਿਹਦੇ ਰਾਈਟ 'ਚ. ਜਦੋਂ ਸਾਨੂੰ ਇਹ ਦੱਸਿਆ ਹੁਣ ਕਿ 2 ਜਣੇ ਇਕੱਠੇ ਬੈਠੇ ਆਪਾਂ ਦੱਸ ਸਕਦੇ ਹਾਂ ਕਿ ਇੱਕ ਬੰਦਾ ਇੱਥੇ ਲੈ ਕੇ V ਇੱਧਰ ਲੈ ਲਈਏ ਕਿ V ਇੱਧਰ ਲੈ ਲਈਏ? ਨਹੀਂ ਨਾ. ਇਸ ਕਰਕੇ ਆਪਾਂ ਇਹਨੂੰ ਪਹਿਲਾਂ ਅਰੇਂਜ ਨਹੀਂ ਕਰੀਦਾ. ਆਪਾਂ ਉੱਥੋਂ ਸਟਾਰਟ ਕਰੀਦਾ ਜਿੱਥੇ ਪਹਿਲਾਂ ਕੋਈ ਬੇਸ ਲੈ ਕੇ ਆਪਾਂ ਅਰੇਂਜਮੈਂਟ ਸ਼ੁਰੂ ਕਰ ਲਈਏ ਲੈਫਟ ਰਾਈਟ ਦੀ. ਈਚ ਮੈਨ ਇਜ਼ ਸੀਟਡ ਬਿਸਾਈਡ ਹਿਜ਼ ਵਾਈਫ. ਇਹਦਾ ਕੀ ਮਤਲਬ ਹੈ? ਹਰੇਕ ਜਿਹੜਾ ਮੇਲ ਹੈ ਨਾ ਉਹ ਆਪਣੀ ਵਾਈਫ ਦੇ ਨਾਲ ਹੀ ਬੈਠਾ ਹੈ. ਠੀਕ ਹੈ. ਇਹ ਇੰਪੋਰਟੈਂਟ ਹੈ. ਯੂ ਦ ਵਾਈਫ ਆਫ ਦ ਲੈਕਚਰਰ ਇਜ਼ ਸੀਟਡ ਸੈਕਿੰਡ ਟੂ ਦ ਰਾਈਟ ਆਫ V. ਸੋ ਆਪਾਂ V ਨੂੰ ਬੇਸ ਲੈ ਲੈਣਾ ਹੈ. ਠੀਕ ਹੈ. ਸੋ V ਮੇਲ ਸੀਗਾ, ਇਹ ਮੇਲ ਹੈ, ਇਹ ਸਾਨੂੰ ਪਤਾ ਹੈ ਕਿਉਂਕਿ V ਸਾਇੰਟਿਸਟ ਹੈ. ਸੋ ਇਹਦੇ ਸੈਕਿੰਡ ਰਾਈਟ ਤੇ ਰਾਈਟ ਦੇ ਵਿੱਚ ਸੈਕਿੰਡ ਤੇ ਆਪਾਂ ਕਿਹਨੂੰ ਅਰੇਂਜ ਕਰਨਾ ਹੈ U ਨੂੰ ਜੋ ਕਿ ਵਾਈਫ ਆਫ ਲੈਕਚਰਰ ਹੈ. ਸੋ ਰਾਈਟ ਕੀ ਹੋਏਗਾ ਐਂਟੀ ਕਲੌਕਵਾਈਜ਼. ਇੱਧਰ ਕਲੌਕ ਹੋ ਗਿਆ ਇੱਧਰ ਐਂਟੀ ਕਲੌਕਵਾਈਜ਼. ਇੱਥੇ ਕੌਣ ਹੋ ਗਿਆ U. ਇਹ ਕੌਣ ਹੈ ਫੀਮੇਲ ਤੇ ਇਹ ਕੌਣ ਹੈ ਵਾਈਫ ਆਫ ਲੈਕਚਰਰ. ਸੋ V ਦੇ ਨਾਲ ਕੌਣ ਬੈਠਾ ਹੈ R ਲਾਇਰ. ਸੋ V ਦੇ ਨਾਲ ਆਪਾਂ ਇੱਧਰ ਲਾਇਰ ਨਹੀਂ ਰੱਖਾਂਗੇ ਕਿਉਂਕਿ V ਤੇ R ਦੇ ਨਾਲ ਉਹਨਾਂ ਦੀਆਂ ਵਾਈਫਸ ਵੀ ਬੈਠੀਆਂ ਹੋਣੀਆਂ ਚਾਹੀਦੀਆਂ. ਤੇ ਜੇ ਆਪਾਂ ਇੱਧਰ R ਰੱਖਾਂਗੇ ਤਾਂ R ਕੌਣ ਸੀਗਾ ਲਾਇਰ ਤੇ ਲਾਇਰ ਦੀ ਵਾਈਫ ਤਾਂ ਫਿਰ ਇੱਧਰ ਨਹੀਂ ਆਏਗੀ ਕਿਉਂਕਿ ਉਹ ਵਾਈਫ ਆਫ ਲੈਕਚਰਰ ਹੈ ਇੱਥੇ. ਸੋ ਇੱਥੇ ਜੇ V ਹੈ ਤੇ ਆਪਾਂ ਇਹਨੂੰ R ਨੂੰ ਇੱਥੇ ਰੱਖਾਂਗੇ. ਇਹ ਵੀ ਮੇਲ ਹੈ R ਤੇ ਇਹ ਕੌਣ ਹੈ ਲਾਇਰ.
ਕੀ ਕਲੀਅਰ ਹੋ ਰਿਹਾ? ਸੋ ਵੀ ਇੱਕ ਸਾਇੰਟਿਸਟ ਹੈ, ਸੋ ਇੱਥੇ ਆਪਾਂ ਫੀਮੇਲ ਨੂੰ ਅਰੇਂਜ ਕਰਾਂਗੇ ਜੋ ਕਿ ਕੌਣ ਹੋਏਗੀ? ਵਾਈਫ ਆਫ ਸਾਇੰਟਿਸਟ। ਕੀ ਹੈ, ਸਮਝ ਰਹੇ ਹੋ? ਇਹ ਆਪਾਂ ਇੱਦਾਂ ਕਿਉਂ ਅਰੇਂਜ ਕਰ ਰਹੇ ਹਾਂ? ਕਿਉਂਕਿ ਸਾਨੂੰ ਦੱਸਿਆ ਈਚ ਮੈਨ ਇਜ਼ ਸੀਟਡ ਬਿਸਾਈਡ ਹਿਜ਼ ਵਾਈਫ, ਹਰ ਪਰਸਨ ਆਪਣੀ ਵਾਈਫ ਦੇ ਨਾਲ ਬੈਠਾ। ਸੋ ਇੱਥੇ ਲਾਇਰ ਹੈ ਤੇ ਇੱਥੇ ਫਿਰ ਫੀਮੇਲ ਹੋਏਗੀ, ਕਿਉਂ? ਕਿਉਂਕਿ ਮੈਂ ਇੱਥੇ ਕਿਹਨੂੰ ਅਰੇਂਜ ਕਰੂੰਗਾ? ਵਾਈਫ ਆਫ ਲਾਇਰ। ਸੋ ਇੱਥੇ ਵਾਈਫ ਆਫ ਲੈਕਚਰਰ ਹੈ, ਦੈਟ ਮੀਨਸ ਇੱਥੇ ਕੌਣ ਹੋਏਗਾ ਫਿਰ? ਲੈਕਚਰਰ ਹੋਏਗਾ। ਕੀ ਕਲੀਅਰ ਹੋ ਗਿਆ? ਨੈਕਸਟ ਹੈ ਟੀ ਇਜ਼ ਸੀਟਡ ਬਿਟਵੀਨ ਯੂ ਐਂਡ ਵੀ। ਯੂ ਐਂਡ ਵੀ ਦੇ ਵਿੱਚ ਕੌਣ ਹੈ? ਟੀ। ਸੋ ਬਿਲਕੁਲ ਉਸ ਵਾਈਫ ਆਫ ਸਾਇੰਟਿਸਟ ਹੋ ਜਾਂਦੀ ਹੈ ਫਿਰ। ਸੋ ਪੀ ਇਜ਼ ਵਾਈਫ ਆਫ ਦ ਡਾਕਟਰ। ਪੀ ਜੋ ਹੈ ਉਹ ਵਾਈਫ ਆਫ ਡਾਕਟਰ ਹੈ। ਸੋ ਇਹਨਾਂ ਦੋਨਾਂ ਵਿੱਚੋਂ ਇੱਕ ਮੇਲ ਹੋਏਗਾ, ਸੋ ਇੱਕ ਫੀਮੇਲ ਹੋਏਗੀ। ਸੋ ਜੇ ਆ ਫੀਮੇਲ ਹੈ, ਆ ਲੈਕਚਰਰ ਇੱਥੇ ਮੇਲ ਹੋਏਗਾ। ਕਿਉਂਕਿ ਇੱਥੇ ਮੇਲ ਹੋਏਗਾ ਸੋ ਫਿਰ ਆਪਾਂ ਡਾਕਟਰ ਇੱਥੇ ਨਹੀਂ ਲੈ ਸਕਦੇ, ਡਾਕਟਰ ਇੱਥੇ ਲਵਾਂਗੇ। ਉਹ ਕਿਉਂ? ਕਿਉਂਕਿ ਉਹ ਪਹਿਲੀ ਇਨਫੋਰਮੇਸ਼ਨ 'ਚ ਸਾਨੂੰ ਦੱਸਿਆ ਸੀ ਸਿਰਫ 2 ਹੀ ਮੇਲ ਇਕੱਠੇ ਬੈਠੇ। ਸੋ ਜੇ ਇੱਥੇ ਲੈਕਚਰਰ ਹੈ ਕਿ ਆਪਾਂ ਇੱਥੇ ਡਾਕਟਰ ਲੈ ਸਕਦੇ ਹਾਂ? ਨੋ, ਕਿਉਂਕਿ ਫਿਰ ਆ ਵੀ 2 ਮੇਲ ਇਕੱਠੇ ਹੋ ਜਾਣੇ। ਸੋ ਇਸ ਕਰਕੇ ਇੱਥੇ ਫੀਮੇਲ ਹੋਏਗੀ ਜੋ ਕਿ ਕੌਣ ਹੋਏਗਾ? ਵਾਈਫ ਆਫ ਡਾਕਟਰ। ਕੀ ਕਲੀਅਰ ਹੋ ਗਿਆ? ਸੋ ਕਿਉਂਕਿ ਵਾਈਫ ਆਫ ਡਾਕਟਰ ਹੈ, ਸਾਨੂੰ ਦੱਸਿਆ ਸੀ ਪੀ ਇਜ਼ ਵਾਈਫ ਆਫ ਡਾਕਟਰ, ਡੈਫੀਨੇਟਲੀ ਇੱਥੇ ਪੀ ਆ ਜਾਏਗੀ। ਕਿਊ ਇਜ਼ ਏ ਮੇਲ, ਕਿਊ ਏ ਮੇਲ ਇਜ਼ ਨॉट ਅ ਡਾਕਟਰ। ਸੋ ਕਿਊ ਮੇਲ ਹੈ ਬਟ ਉਹ ਡਾਕਟਰ ਨਹੀਂ ਹੈ, ਸੋ ਫਿਰ ਉਹ ਲੈਕਚਰਰ ਹੀ ਹੋਏਗਾ ਫਿਰ, ਕਿਉਂਕਿ ਮੇਲ ਜਾਂ ਤਾਂ ਡਾਕਟਰ ਹੈ ਜਾਂ ਤਾਂ ਲੈਕਚਰਰ ਹੈ, ਕਿਉਂਕਿ ਸਾਇੰਟਿਸਟ ਤੇ ਲਾਇਰ ਤਾਂ ਹੋ ਚੁੱਕੇ। ਕੀ ਕਲੀਅਰ ਹੋ ਗਿਆ? ਉਸ ਤੋਂ ਬਾਅਦ ਸਾਡੇ ਕੋਲ ਹੁਣ ਆ 2 ਆਪਸ਼ਨਸ ਰਹਿ ਗਏ ਹੈ, ਵਾਈਫ ਆਫ ਲਾਇਰ ਬਚਿਆ ਹੈ ਤੇ ਡਾਕਟਰ। ਐਸ ਇਜ਼ ਅ ਮੇਲ, ਸੋ ਐਸ ਜੇ ਮੇਲ ਹੈ ਤਾਂ ਫਿਰ ਉਹ ਡਾਕਟਰ ਹੀ ਹੋਏਗਾ, ਕਿਉਂਕਿ ਇੱਥੇ ਤਾਂ ਫੀਮੇਲ ਆਣੀ ਚਾਹੀਦੀ ਹੈ। ਸੋ ਇੱਥੇ ਕੌਣ ਰਹਿ ਗਿਆ? ਪੀ ਕਿਊ ਆਰ ਐਸ ਟੀ ਯੂ ਵੀ, ਲਾਸਟ ਕੌਣ ਸੀਗਾ? ਯੂ ਪੀ ਕਿਊ ਜੇ। ਜੇ ਵੀ ਇੱਕ ਪਰਸਨ ਹੈ, ਸੋ ਦੈਟ ਮੀਨਸ ਆਪਾਂ ਇੱਥੇ ਜਿਹਨੂੰ ਅਰੇਂਜ ਕਰਾਂਗੇ ਉਹ ਕੌਣ ਹੋਏਗਾ? ਜੇ। ਕੀ ਕੁਐਸਚਨ ਕਲੀਅਰ ਹੋ ਜਾਂਦਾ ਹੈ? ਸੁਮਨ ਕਲੀਅਰ ਹੋ ਗਿਆ? ਕੁਐਸਚਨ ਵਿੱਚ ਉਹਦਾ ਫੋਲੋਇੰਗ ਇਜ਼ ਪੀਜ਼ ਪੋਜੀਸ਼ਨ ਵਿਦ ਰਿਸਪੈਕਟ ਟੂ ਐਸ। ਪੀ ਦੀ ਪੋਜੀਸ਼ਨ ਦੱਸਣੀ ਹੈ ਆਪਾਂ ਵਿਦ ਰਿਸਪੈਕਟ ਟੂ ਐਸ। ਪੀ ਕਿੱਥੇ ਹੈ? ਐਸ ਦੇ ਇਮੀਡੀਏਟ ਕਲੌਕਵਾਈਜ਼ ਲੈਫਟ ਤੇ ਹੋਏਗਾ, ਇਮੀਡੀਏਟ ਲੈਫਟ। ਸੋ ਆਂਸਰ ਕੀ ਹੋ ਜਾਏਗਾ? 4th। which of the following is J's position with respect to T? J ਦੀ ਪੋਜੀਸ਼ਨ ਦੱਸਣੀ ਹੈ with respect to T। T ਦੇ ਜੇ ਆਪਾਂ clockwise ਜਾਈਏ ਤਾਂ second ਹੈ, sorry third ਹੈ, first second third to the left, third to the left, definitely ਆਪਾਂ ਕੋ ਆਪਸ਼ਨ ਹੈਗਾ। ਜੇ third to the left ਨਾ ਹੁੰਦਾ ਤਾਂ ਆਪਾਂ ਫਿਰ right ਤੋਂ ਚੈੱਕ ਕਰਦੇ। ਕੀ ਕਲੀਅਰ ਹੋ ਰਿਹਾ ਕਿ ਨਹੀਂ? ਨੈਕਸਟ ਕੁਐਸਚਨ ਕੀ ਹੈ? which of the following is not true regarding the couples? ਕਿਹੜੀ ਚੀਜ਼ ਕਪਲਸ ਬਾਰੇ ਸਹੀ ਨਹੀਂ ਹੈ? ਆਲ ਆਰ ਟਰੂ, ਠੀਕ ਹੈ। ਜੇ ਐਂਡ ਐਸ ਆਰ ਸੀਟਡ ਐਡਜੈਸੈਂਟ ਟੂ ਈਚ ਅਦਰ, ਜੇ ਐਂਡ ਐਸ ਆਰ ਸੀਟਡ ਐਡਜੈਸੈਂਟ ਟੂ ਈਚ ਅਦਰ, ਡੈਫੀਨੇਟਲੀ 4th ਸਹੀ ਹੈ। ਬਟ ਕਿਉਂਕਿ ਆਲ ਆਰ ਟਰੂ ਸੀਗਾ ਸੋ ਆਪਾਂ ਨੂੰ ਇੱਕ ਵਾਰ ਬਾਕੀ ਵੀ ਚੈੱਕ ਕਰਨਾ ਪਏਗਾ। ਪੀ ਇਜ਼ ਵਾਈਫ ਆਫ ਐਸ, ਪੀ ਇਜ਼ ਵਾਈਫ ਆਫ ਐਸ, ਡੈਫੀਨੇਟਲੀ ਇਹ ਵੀ ਸਹੀ ਹੈ। ਟੀ ਇਜ਼ ਵਾਈਫ ਆਫ ਕਿਊ, ਸੋ ਟੀ ਇਜ਼ ਵਾਈਫ ਆਫ, ਟੀ ਇਜ਼ ਦ ਵਾਈਫ ਆਫ ਕਿਊ, ਇਹ ਨਹੀਂ ਹੈ। ਅੱਛਾ, ਪੀ ਇਜ਼ ਵਾਈਫ ਆਫ ਐਸ, ਪੀ ਇਜ਼ ਵਾਈਫ ਆਫ ਐਸ, ਇਹ ਸਹੀ ਸੀਗਾ। J and S are seated adjacent to each other, ਇਹ ਵੀ ਸਹੀ ਸੀਗਾ। R is husband of J, R is husband of J, ਇਹ ਵੀ ਸਹੀ ਸੀਗਾ। T is wife of Q, ਬਟ ਆ ਗਲਤ ਹੈ ਨਾ। T is wife of Q, actually U is wife of Q, but 4th ਵੀ ਸਹੀ ਹੈ, 1st ਵੀ ਸਹੀ ਹੈ, 3 ਵੀ ਸਹੀ ਹੈ। ਸੋ all are true, ਸੋ ਆ 3 ਸਹੀ ਹੋ ਰਿਹਾ। ਸੋ all are true ਆਪਾਂ ਟਿਕ ਨਹੀਂ ਕਰ ਪਾਵਾਂਗੇ। ਸੋ ਇੱਥੇ ਐਕਚੁਅਲੀ ਕੋਈ ਨਾ ਕੋਈ ਮਿਸਟੇਕ ਹੋ ਸਕਦੀ ਹੈ। ਇੱਥੇ ਕੀ ਹੋਣਾ ਚਾਹੀਦਾ ਹੈ? U। ਕੀ ਹੋਣਾ ਚਾਹੀਦਾ ਹੈ? ਯੂ। ਯੂ ਇਜ਼ ਵਾਈਫ ਆਫ ਕਿਊ। ਫਿਰ ਆਪਾਂ ਕਿਹੜਾ ਆਂਸਰ ਟਿਕ ਕਰ ਦਾਂਗੇ? 5। ਕੀ ਕਲੀਅਰ ਹੈ? ਮੋਸਟ ਲਾਈਕਲੀ ਇੱਥੇ ਮਿਸਟੇਕ ਹੋ ਗਈ ਹੈ, ਸੋ ਇੱਥੇ ਆਪਾਂ ਟੀ ਦੀ ਜਗ੍ਹਾ ਕੀ ਰੱਖਾਂਗੇ? ਯੂ, ਕਿਉਂਕਿ ਆਪਣੇ 3 ਆਪਸ਼ਨ ਸਹੀ ਨਹੀਂ ਨਾ ਹੋ ਸਕਦੇ। ਕੀ ਕਲੀਅਰ ਹੋ ਰਿਹਾ ਕਿ ਨਹੀਂ? ਯਾਦ ਰੱਖਣਾ ਇੱਥੇ ਕਲੈਰੀਕਲ ਐਰਰ ਹੈ, ਸੋ ਇੱਥੇ ਆਪਾਂ ਯੂ ਅਰੇਂਜ ਕਰ ਦਾਂਗੇ। ਯੂ ਇਜ਼ ਵਾਈਫ ਆਫ ਕਿਊ, ਇਹ ਡੈਫੀਨੇਟਲੀ ਸਹੀ ਹੈ। ਸੋ ਜੇ ਚਾਰੋਂ ਸਹੀ ਹੈ ਤਾਂ ਫਿਰ ਆਪਾਂ ਆਂਸਰ ਕੀ ਟਿਕ ਕਰਾਂਗੇ? 5। ਜੇ ਇੱਕ ਵੀ ਗਲਤ ਹੋ ਜਾਂਦਾ ਬਟ ਫਿਰ ਆ 3 ਠੀਕ ਹੈ, ਤਾਂ 3 ਆਪਾਂ ਕਿੱਦਾਂ ਐਡਜਸਟ ਕਰਾਂਗੇ? 3 ਕਿਉਂਕਿ ਆਪਾਂ ਇੱਕੋ ਹੀ ਆਪਸ਼ਨ ਨੂੰ ਟਿਕ ਕਰ ਸਕਦੇ ਹਾਂ। ਸੋ ਦੈਟ ਮੀਨਸ ਮੋਸਟ ਲਾਈਕਲੀ ਜਿਹੜਾ ਹੈ ਯੂ ਹੋਏਗਾ। ਕੀ ਕਲੀਅਰ ਹੋ ਗਿਆ? ਯੈਸ। The wives of which two husbands are immediate neighbors? ਕਿਹੜੀਆਂ the wives of which two husbands are immediate neighbors? ਵਾਈਫ ਆ 2 ਇਕੱਠੀਆਂ, ਆ ਅਲੱਗ ਹੈ, ਆ ਅਲੱਗ ਹੈ, ਸੋ ਆ 2 ਇਕੱਠੀਆਂ। ਸੋ ਵੀ ਤੇ ਕਿਊ ਤੇ ਜਿਹੜੀਆਂ ਵਾਈਫਸ ਹੈ, ਆ ਸਮਝ ਲਓ ਵੀ ਤੇ ਕਿਊ ਦੀਆਂ ਜਿਹੜੀਆਂ ਵਾਈਫਸ ਹੈ ਟੀ ਐਂਡ ਯੂ, ਇਹ ਇਕੱਠੀਆਂ ਹੈ। ਸੋ ਆਪਣਾ ਵੀ ਤੇ ਕਿਊ ਆਂਸਰ ਆਏਗਾ। ਸੋ ਆਂਸਰ ਕੀ ਆਏਗਾ? 3rd। ਕੀ ਕਲੀਅਰ ਹੋ ਗਿਆ? ਸੋ ਉਹਨਾਂ ਨੇ ਕਿਹਾ ਸੀ ਕਿਹਨਾਂ ਦੀਆਂ ਵਾਈਫਸ ਇਕੱਠੀਆਂ ਹੈ? ਸੋ ਵਾਈਫਸ ਆਫ ਵਿਚ 2 ਹਸਬੈਂਡਸ ਆਰ ਇਮੀਡੀਏਟ ਨੇਬਰ। ਸੋ ਵੀ ਤੇ ਕਿਊ ਦੀਆਂ ਜਿਹੜੀਆਂ ਵਾਈਫਸ ਹੈ ਟੀ ਐਂਡ ਯੂ, ਇਹ ਇਕੱਠੀਆਂ ਹੈ।
आर ते एस ਦੀਆਂ ਜਿਹੜੀਆਂ ਵਾਈਫਸ ਹੈ ਉਹ ਇਕੱਠੀਆਂ नहीं है. सो वी एंड क्यू साਡਾ आंसर आ गया. 5th and 6th क्वेश्चन है, 4 of the following 5 are alike in a certain way based on their setting position in the above arrangement and so form a group. Which is the one that does not belong to the group? RSJ. So RSJ. So RSJ. TRV. TRV. UTV. UTV. इकट्ठा ही है. So ये आंसर हो सकता है. SQP. SQP. UPQ. UPQ. ठीक है. सो बाकी सारे ਦੇ ਨਾਲ ਕਿਉਂਕਿ ਉਹ ਇੱਕ ਛੱਡ ਕੇ ਹੈ ਬਾਅਦ ਚੋਂ ਨਾਲ ਵਾਲਾ ਹੈ. ਸੋ ਬਟ ਆ ਜਿਹੜਾ UTV ਹੈ, ਸੋ ਥਰਡ ਆਂਸਰ ਹੈ ਜਿਹੜਾ ਇਹ ਸਾਡਾ ਆਂਸਰ ਹੋ ਜਾਏਗਾ. ਨੈਕਸਟ ਹੈ, ਹੂ ਇਜ਼ ਦ ਲਾਇਰਸ ਵਾਈਫ. ਲਾਇਰ ਦੀ ਵਾਈਫ ਕੌਣ ਹੈ? ਲਾਇਰਸ ਵਾਈਫ ਇਜ਼ ਜੇ, ਜੋ ਆਪਾਂ ਐਂਡ 'ਚ ਅਰੇਂਜ ਕੀਤਾ ਸੀ. ਸੋ ਆਂਸਰ ਇਜ਼ ਥਰਡ. ओके 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 ठीक है. बिल्कुल आंसर की है सेकंड. एक्चुअली उन्होंने पूछा है विच ऑफ द फॉलोइंग इज नॉट ट्रू रिगार्डिंग द कपल्स. ठीक है. सो केड़ा ट्रू नहीं है कपल्स बारे? सो सेकंड ट्रू नहीं है. आ भी ट्रू है, आ भी ट्रू है, आ भी ट्रू है, ऑल आर ट्रू है. सो डेफिनेटली सो आप आंसर की देना है सेकंड, क्योंकि क्वेश्चन पूछा है विच ऑफ द फॉलोइंग इज नॉट ट्रू रिगार्डिंग द कपल्स. सो इन्हें चो केड़ा ट्रू नहीं है. सो सेकंड इज आंसर. टी इज नॉट टी इज वाइफ ऑफ क्यू. टी इज वाइफ ऑफ क्यू की सही है? नहीं, ये गलत है. सो इस करके ये सेकंड आंसर आ जाएगा. क्लियर है. सो आप जो चेक कर रहे थे मेरे ख्याल नाल आप नॉट नू कंसीडर नहीं किया. आप आप देख रहे थे विच ऑफ द फॉलोइंग इज ट्रू रिगार्डिंग द कपल्स. क्या क्लियर हो गया? डेफिनेटली आंसर आप इतने सेकंड टिक करांगे. सो ये सही है क्वेश्चन. आई होप तो क्लियर हो गया. सो कितने फ्रेंड्स है, कितने पर्सन है? 4 4 8 sitting around a circle facing the center. Each of them has a different profession: doctor, engineer, architect, teacher, clerk, shopkeeper, businessman and banker. ठीक है. सो क्लियर हो गया. आप पर्सनस नाल की अरेंज करने हैं प्रोफेशंस. ए सिट्स थर्ड टू द राइट ऑफ टीचर. सो आप बेस की लवांगे. सो आप बेस लिया टीचर तो आप ए नू कित्थे अरेंज करना है? ए सिट्स थर्ड टू द राइट. राइट की होंदा एंटी क्लॉकवाइज. सो 1 2 3. सो इत्थे कौन आ जाएगा? ए. सो प्रोफेशन नू ब्रैकेट च ले लेना है. डी सिट्स सेकंड टू लैफ्ट ऑफ जी. सो डी कित्थे है? सेकंड टू द लैफ्ट ऑफ जी. जी इज नॉट एन इमीडिएट नेबर ऑफ द टीचर. जिहड़ा जी है वो इमीडिएट नेबर नहीं है टीचर का. सो दैट मीनस जी इत्थे नहीं हो सकता. कित्थे नहीं हो सकता जी? इत्थे नहीं हो सकता, इत्थे भी नहीं हो सकता. एक्चुअली मैं कह रहा जी इत्थे भी नहीं हो सकता. क्यों? क्योंकि डी कित्थे है? सिट्स सेकंड टू लैफ्ट ऑफ जी. सो मैं जी इत्थे लवां तो डी कित्थे आएगा? सेकंड लैफ्ट क्लॉकवाइज आएगा नहीं. सो जी इत्थे भी नहीं हो सकता. बट की जी इत्थे ले सकते? यस, क्योंकि सेकंड लैफ्ट डी इत्थे आ जाएगा. जी इत्थे ले सकते? यस, क्योंकि सेकंड लैफ्ट डी इत्थे आ जाएगा. जी इत्थे ले सकते? यस, क्योंकि सेकंड लैफ्ट डी आ जाएगा. आ जाएगा इत्थे. टीचर क्यों नहीं हो सकता डी? जी इत्थे भी आ सकता है बिल्कुल. सेकंड लैफ्ट डी आ जाएगा. जी इत्थे किद्दां आ सकता है? जी टीचर का इमीडिएट नेबर नहीं. टीचर तो हो सकता है. क्या समझ रहे हो? बट फिर इत्थे कितने ऑप्शंस बन रहे हैं? 4. सो आप 4 ऑप्शंस तो नहीं बनावांगे. बद तो बाद जो 2 ऑप्शंस बनते होंगे तो आप बना लेंगे. सो आप इनू सैपरेटली लिख दें कि जी दे सेकंड लैफ्ट ते कौन होएगा? डी. क्या क्लियर हो गया? यस और नो? इनू स्किप कर रहे हैं. आप स्किप क्यों कर रहे हैं? जिहदियां बहुत सारी ऑप्शंस बन रही हैं, ताकि आप पहले टीचर ते ए नाल रिलेटेड होर कोई इन्फॉर्मेशन इत्थे एडजस्ट कर लीए, ताकि ऑप्शंस इचों कट जान. ओनली वन पर्सन सिट्स बिटवीन बी हू इज द शॉपकीपर एंड टीचर. ठीक है. सो कहंदा है बी जो कि शॉपकीपर है तो टीचर दे विच इक्को पर्सन बैठा है. बट टीचर इत्थे है, बी इधर भी हो सकता है, बी इधर भी हो सकता है. सो आप इदां करदे हैं, इनू सैपरेटली रख के जी दे सेकंड राइट लैफ्ट ते डी सीगा. आप एक और सीक्वेंस बना लेने हैं. क्यों? क्योंकि साढ़े 2 ऑप्शंस बन रहे हैं. 2 ऑप्शंस आप बना सकते हैं. सो एक विच आप बी नू इत्थे एडजस्ट कर लेने हैं, जो कि कौन सेगा? शॉपकीपर. क्या क्लियर है? यस और नो?
ਇੱਥੇ ਸੀ A, ਤੇ ਇੱਕ ਵਿੱਚ ਆਪਾਂ B ਨੂੰ ਇੱਥੇ ਐਡਜਸਟ ਕਰ ਲਾਂਗੇ ਜੋ ਕਿ ਕੌਣ ਹੈ, ਸ਼ੌਪਕੀਪਰ। ਸੋ ਹੁਣ ਸਾਨੂੰ ਕਲੀਅਰ ਹੋ ਗਿਆ B ਜੋ ਕਿ ਸ਼ੌਪਕੀਪਰ ਹੈ ਤੇ ਟੀਚਰ ਹੈ, ਤੇ ਉਹਦੇ ਵਿੱਚ ਇੱਕ ਪਰਸਨ ਹੈ, ਜਾਂ ਫਿਰ ਟੀਚਰ ਇੱਧਰ ਹੈ ਤੇ B ਇੱਧਰ ਹੋ ਕੇ ਸ਼ੌਪਕੀਪਰ ਇੱਧਰ ਹੋ ਕੇ ਵਿੱਚ ਇੱਕ ਪਰਸਨ ਆ ਸਕਦਾ ਹੈ। ਕੀ ਕਲੀਅਰ ਹੋ ਗਿਆ? ਨੈਕਸਟ ਕੀ ਹੈ, ਦ ਵਨ ਹੂ ਇਜ਼ ਐਨ ਆਰਕੀਟੈਕਟ ਸਿਟਸ ਥਰਡ ਟੂ ਰਾਈਟ ਆਫ ਦ ਸ਼ੌਪਕੀਪਰ। ਸ਼ੌਪਕੀਪਰ ਦੇ ਰਾਈਟ ਐਂਟੀ ਕਲॉकवाइज 1 2 3 ਇੱਥੇ ਸ਼ੌਪਕੀਪਰ ਆ ਜਾਏਗਾ। ਯੈਸ ਔਰ ਨੋ? ਦ ਵਨ ਹੂ ਇਜ਼ ਆਰਕੀਟੈਕਟ sits third to right of the shopkeeper ਦੇ 1 2 3, ਸੋ ਇੱਥੇ ਕੌਣ ਆ ਜਾਏਗਾ, ਆਰਕੀਟੈਕਟ। ਠੀਕ ਹੈ, ਤੇ ਜੇ ਆਪਾਂ ਇਹਦੇ ਹਿਸਾਬ ਨਾਲ ਦੇਖੀਏ ਇਹਦਾ ਰਾਈਟ ਇੱਧਰ ਨੂੰ ਜਾਂਦਾ ਹੈ 1 2 3, ਇੱਥੇ ਕੌਣ ਆ ਜਾਏਗਾ, ਆਰਕੀਟੈਕਟ। ਕੀ ਕਲੀਅਰ ਹੋ ਗਿਆ ਇੱਥੇ? ਓਕੇ, the one who is an architect sits third to the right of shopkeeper. H sits between architect and engineer. ठीक है, E is not an immediate neighbor of H. The engineer sits third to the right of clerk. Only one person sits between businessman and E is neither a businessman nor a doctor. ठीक है, ਹੁਣ ਲਿਖਿਆ H sits between architect and engineer. Architect ਤਾਂ ਸਾਡੇ ਕੋਲ ਹੈਗਾ ਇੱਥੇ ਵੀ। ਸੋ ਉਹ ਕਹਿੰਦੇ ਆਰਕੀਟੈਕਟ ਤੇ ਇੰਜੀਨੀਅਰ ਦੇ ਵਿੱਚ ਐਚ ਹੈ, ਸੋ ਆਰਕੀਟੈਕਟ ਇੱਧਰ ਲੈ ਕੇ ਇੰਜੀਨੀਅਰ ਇੱਧਰ ਲੈ ਕੇ ਐਚ ਇੱਥੇ ਲੈ ਸਕਦੇ ਹਾਂ, ਬਟ ਆਰਕੀਟੈਕਟ ਇੱਥੇ ਇੰਜੀਨੀਅਰ ਇੱਧਰ ਲੈ ਕੇ ਵੀ ਐਚ ਇੱਧਰ ਲੈ ਸਕਦੇ ਹਾਂ। ਦੈਟ ਮੀਨਸ ਦੋ ਆਪਸ਼ਨ ਬਣਦੇ ਆ, ਇੱਧਰ ਆਰਕੀਟੈਕਟ ਇੰਜੀਨੀਅਰ ਇੱਥੇ ਲੈ ਕੇ ਐਚ ਇੱਥੇ ਲੈ ਸਕਦੇ ਹਾਂ, ਬਟ ਆਰਕੀਟੈਕਟ ਇੱਥੇ ਇੰਜੀਨੀਅਰ ਇੱਥੇ ਵੀ ਲੈ ਕੇ ਐਚ ਇੱਥੇ ਲੈ ਸਕਦੇ ਹਾਂ। ਸੋ ਦੈਟ ਮੀਨਸ ਇੱਧਰ ਵੀ ਕਿੰਨੇ ਆਪਸ਼ਨ ਬਣਦੇ ਆ, 2, ਸੋ 4 ਹੋ ਜਾਣੇ ਆ ਫਿਰ। ਸੋ ਕੀ ਆਪਾਂ ਨੂੰ ਹੋਰ ਕੋਈ ਇਨਫੋਰਮੇਸ਼ਨ ਦਿੱਤੀ ਹੈ, E is not an immediate neighbor of H, ਬਟ ਇੱਥੇ E ਤਾਂ ਹੈ ਨਹੀਂ। ਇੰਜੀਨੀਅਰ ਸਿਟਸ ਥਰਡ ਟੂ ਦ ਰਾਈਟ ਆਫ ਕਲਰਕ, ਸੋ ਆਹ ਜਿਹੜੀ ਇਨਫੋਰਮੇਸ਼ਨ ਹੈ ਇੰਜੀਨੀਅਰ ਸਿਟਸ ਥਰਡ ਟੂ ਦ ਰਾਈਟ ਆਫ ਕਲਰਕ ਇਹ ਦੇਖਦੇ ਹਾਂ। ਸੋ ਜੇ ਆਪਾਂ ਆਰਕੀਟੈਕਟ ਇੱਥੇ ਲਈਏ, ਇੱਥੇ ਕੌਣ ਆ ਜਾਏਗਾ, ਐਚ, ਤੇ ਇੱਥੇ ਕੌਣ ਆ ਜਾਏਗਾ, ਇੰਜੀਨੀਅਰ। ਜੇ ਮੈਂ ਇੱਥੇ ਇੰਜੀਨੀਅਰ ਲਵਾਂ ਤਾਂ ਫਿਰ ਉਹ ਤਾਂ ਟੀਚਰ ਦੇ ਥਰਡ ਰਾਈਟ ਤੇ ਹੋ ਗਿਆ। ਟੀਚਰ ਦਾ ਥਰਡ ਰਾਈਟ ਕੌਣ ਬਣਦਾ, ਆਈ ਬਣਦਾ ਨਾ ਇਹ, ਤੇ ਬਟ ਫਿਰ ਇਹ ਇੰਜੀਨੀਅਰ ਕਿੱਦਾਂ ਲਵਾਂਗੇ ਟੀਚਰ ਦੇ ਥਰਡ ਰਾਈਟ ਤੇ, ਬਟ ਇੰਜੀਨੀਅਰ ਸਿਟਸ ਥਰਡ ਟੂ ਦ ਰਾਈਟ ਆਫ ਕਲਰਕ। ਸੋ ਪੋਸੀਬਲ ਨਹੀਂ ਹੈ ਆਪਾਂ ਇੱਥੇ ਇੰਜੀਨੀਅਰ ਲਈਏ, ਕਿਉਂ? ਕਿਉਂਕਿ ਐਕਚੁਅਲੀ ਸਾਨੂੰ ਸਟਾਰਟਿੰਗ 'ਚ ਦੱਸਿਆ ਸੀ ਨਾ A ਜਿਹੜਾ ਹੈ ਉਹ ਟੀਚਰ ਦੇ ਥਰਡ ਰਾਈਟ ਤੇ ਹੈ, ਤੇ ਫਿਰ ਇੰਜੀਨੀਅਰ ਕਿੱਦਾਂ ਹੋਏਗਾ? ਕੀ ਕਲੀਅਰ ਹੋ ਗਿਆ? ਸੋ ਦੈਟ ਮੀਨਸ ਇੱਧਰ ਹੋਣਾ ਚਾਹੀਦਾ ਇੰਜੀਨੀਅਰ, ਯੈਸ ਔਰ ਨੋ? ਤੇ ਇੱਥੇ ਕੌਣ ਹੋਏਗਾ, ਐਚ। ਕੀ ਕਲੀਅਰ ਹੋ ਗਿਆ? ਤੇ ਕਲਰਕ ਆਪਾਂ ਇੱਥੇ ਲੈ ਲਾਂਗੇ ਫਿਰ, ਉਹ ਕਿੱਦਾਂ? ਕਿਉਂਕਿ ਇਹਦਾ ਐਂਟੀ ਕਲॉकवाइज 1 2 3 ਇੰਜੀਨੀਅਰ ਆਉਂਦਾ। ਇਸੇ ਤਰ੍ਹਾਂ ਆਪਾਂ ਇੱਥੇ ਆਰਕੀਟੈਕਟ ਅਗੇਨ ਇੱਥੇ ਇੰਜੀਨੀਅਰ ਨਹੀਂ ਲੈ ਪਾਵਾਂਗੇ, ਆਰਕੀਟੈਕਟ ਐਚ ਇੱਥੇ ਲੈ ਕੇ ਇੰਜੀਨੀਅਰ ਇੱਥੇ ਨਹੀਂ ਲੈ ਪਾਵਾਂਗੇ, ਕਿਉਂਕਿ ਅਗੇਨ ਇਹ ਟੀਚਰ ਦੇ ਥਰਡ ਲੈਫਟ ਤੇ ਹੈ ਨਾ, ਦ ਥਰਡ ਰਾਈਟ ਤੇ ਹੈ ਨਾ। ਇਹ ਜਿਹੜਾ ਹੈ ਉਹ ਤਾਂ ਟੀਚਰ ਦੇ ਥਰਡ ਰਾਈਟ ਤੇ ਜਾਏਗਾ, ਯੈਸ ਔਰ ਨੋ? ਬਟ ਆਪਾਂ ਨੂੰ ਕਲਰਕ ਦੇ ਰਾਈਟ 'ਚ ਥਰਡ ਚਾਹੀਦਾ ਇੰਜੀਨੀਅਰ। ਸੋ ਦੈਟ ਮੀਨਸ ਅਗੇਨ ਆਪਾਂ ਨੂੰ ਸਮਝ ਆਉਂਦਾ ਹੈ ਕਿ ਆਪਾਂ ਇੱਦਾਂ ਨਹੀਂ ਅਰੇਂਜ ਕਰ ਸਕਦੇ। ਕੀ ਇਹ ਕਲੀਅਰ ਹੋ ਰਿਹਾ ਕਿ ਨਹੀਂ? ਜੇ ਆਪਾਂ ਇੱਥੇ ਇੰਜੀਨੀਅਰ ਲੈ ਕੇ ਇੱਥੇ ਐਚ ਲੈ ਲਈਏ ਤੇ ਇੰਜੀਨੀਅਰ ਉਹ ਟੀਚਰ ਦੇ ਥਰਡ ਰਾਈਟ ਤੇ ਚਲਾ ਜਾਏਗਾ। ਸੋ ਆਪਾਂ ਨੂੰ ਇੱਥੇ ਐਚ ਲੈਣਾ ਪਏਗਾ ਜੋ ਕਿ ਟੀਚਰ ਹੋਏਗਾ, ਤਾਂ ਇੱਥੇ ਕੌਣ ਹੋ ਜਾਏਗਾ, ਇੰਜੀਨੀਅਰ। ਠੀਕ ਹੈ, ਤੇ ਫਿਰ ਆਪਾਂ ਅਗੇਨ ਇੱਥੇ ਕਲਰਕ ਲੈ ਸਕਦੇ ਹਾਂ। ਕੀ ਕਲੀਅਰ ਹੋ ਗਿਆ? ਕਿਉਂਕਿ ਉਹਦੇ ਫਸਟ ਸੈਕਿੰਡ ਥਰਡ ਰਾਈਟ ਤੇ ਕੌਣ ਆ ਜਾਏਗਾ, ਇੰਜੀਨੀਅਰ। ਸੋ ਦੇਖਣਾ ਜਦੋਂ ਸਾਡੇ ਬਹੁਤ ਸਾਰੇ ਆਪਸ਼ਨਸ ਬਣਦੇ ਆ, ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਅੱਗੇ ਸਟੇਟਮੈਂਟਸ ਰੀਡ ਕਰੀਏ ਤਾਂ ਕਿ ਆਪਾਂ ਉਹਨਾਂ ਕੋਈ ਸਟੇਟਮੈਂਟ ਕਨੈਕਟ ਕਰ ਦਈਏ, ਸਾਡੀ ਇੱਕ ਲੈਂਥੀ ਸੀਕੁਐਂਸ ਬਣ ਜਾਏ ਤੇ ਉਹਨੂੰ ਫਿਰ ਕਾਫੀ ਸਾਰੇ ਆਪਸ਼ਨਸ ਨਾਲ ਆਪਾਂ ਕੈਂਸਲ ਕਰ ਸਕਦੇ ਹਾਂ। ਇੱਕੋ ਹੀ ਆਪਸ਼ਨ ਜਿਹੜੀ ਬਚਦੀ ਆ ਉਹਨਾਂ ਕਨੈਕਟ ਕਰ ਦਾਂਗੇ। ਕੀ ਕਲੀਅਰ ਹੋਇਆ? ਕੀ ਸਮਝ ਆ ਰਿਹਾ ਕਿ ਨਹੀਂ? ਜੇ ਆਪਣੀਆਂ ਬਹੁਤ ਸਾਰੀਆਂ ਆਪਸ਼ਨਸ ਬਣਦੀਆਂ, ਇਟਸ ਬੈਟਰ ਕਿ ਉਹਨੂੰ ਜਾਂ ਤਾਂ ਛੱਡ ਦਿਓ ਜਾਂ ਫਿਰ ਦੇਖੋ ਉਹਦੇ ਨਾਲ ਹੋਰ ਕਿਹੜੀ ਇਨਫੋਰਮੇਸ਼ਨ ਕਨੈਕਟ ਹੁੰਦੀ ਤਾਂ ਕਿ ਉਹਦੇ ਆਪਸ਼ਨਸ ਘੱਟ ਜਾਣ। ਕੀ ਕਲੀਅਰ ਹੋਇਆ? ਯਾਦ ਰੱਖਣਾ ਜਿੰਨੀ ਸੀਕੁਐਂਸ ਲੈਂਥੀ ਹੁੰਦੀ ਜਾਏਗੀ ਨਾ ਕਨੈਕਟ ਕਰ ਕਰਕੇ, ਉਨੇ ਤੁਹਾਡੇ ਆਪਸ਼ਨਸ ਕੀ ਹੁੰਦੇ ਜਾਣੇ ਆ, ਡਿਕਰੀਜ਼ ਹੁੰਦੇ ਜਾਣੇ ਆ। ਕੀ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? ਜਿੱਦਾਂ ਜਿੱਦਾਂ ਤੁਸੀਂ ਆਹ ਇਨਫੋਰਮੇਸ਼ਨ ਨੂੰ ਇਹਨਾਂ ਕਨੈਕਟ ਕਰਤਾ, ਟੀਚਰ ਨੂੰ ਕਨੈਕਟ ਕਰਤਾ, ਇੰਜੀਨੀਅਰ ਨੂੰ ਕਨੈਕਟ ਕਰਤਾ, ਜਾਂ ਕਿਸੇ ਵੀ ਦੋ ਜਿਹੜੇ ਪਰਸਨਸ ਤੁਹਾਨੂੰ ਪਤਾ ਲੱਗ ਰਿਹਾ ਇੱਥੇ ਅੱਗੇ ਕਨੈਕਟ ਹੋ ਰਿਹਾ, ਕਲਰਕ ਨਾਲ ਇੰਜੀਨੀਅਰ ਕਨੈਕਟ ਹੋ ਗਿਆ, ਆਰਕੀਟੈਕਟ ਵੀ ਕਨੈਕਟ ਹੋ ਗਿਆ, ਸਮਝ ਰਹੇ ਹੋ, ਜਾਂ ਟੀਚਰ ਵੀ ਕਨੈਕਟ ਹੋ ਗਿਆ। ਸੋ ਜਿੱਦਾਂ ਜਿੱਦਾਂ ਇਹ ਕਨੈਕਟ ਹੁੰਦੇ ਜਾਓਗੇ ਤੁਹਾਡੀ ਜਿਹੜੀ ਬਹੁਤ ਸਾਰੀਆਂ ਆਪਸ਼ਨਸ ਬਣਦੀਆਂ ਸੀ ਉਹ ਕੱਟ ਕੇ ਕਿੰਨੀਆਂ ਰਹਿ ਜਾਣੀਆਂ, 1 ਜਾਂ 2। ਠੀਕ ਹੈ, ਹੁਣ ਆਪਾਂ ਪਿੱਛੇ ਇਨਫੋਰਮੇਸ਼ਨ ਦੇਖ ਲੈਂਦੇ ਹਾਂ। ਐਚ ਸਿਟਸ ਬਿਟਵੀਨ ਆਰਕੀਟੈਕਟ ਐਂਡ ਇੰਜੀਨੀਅਰ ਹੋ ਗਿਆ ਸੀ। ਈ ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਐਚ। ਈ ਇੱਥੇ ਨਹੀਂ ਹੈ, ਇੱਥੇ ਨਹੀਂ ਹੈ, ਸੌਰੀ ਇੱਥੇ ਐਚ ਆ ਗਿਆ, ਇੱਥੇ ਐਚ ਕਿੱਥੇ ਆ, ਕਿੱਦਾਂ ਹੈ, ਇੱਥੇ ਐਚ ਨਹੀਂ ਲੈਣਾ ਸੀ। ਸੋ ਈ ਇੱਥੇ ਵੀ ਹੋ ਸਕਦਾ, ਈ ਇੱਥੇ ਵੀ ਹੋ ਸਕਦਾ। ਸੋ ਆਪਾਂ ਜੀ ਵਾਲੀ ਇਨਫੋਰਮੇਸ਼ਨ ਸਕਿਪ ਕੀਤੀ ਸੀ, ਇਹਨੂੰ ਅਰੇਂਜ ਕਰੀਏ ਹੁਣ।
ठीक है, ਆਪਾਂ ਸਟਾਰਟ ਕਰਦੇ ਹਾਂ। ਜੀ ਟੀਚਰ ਦਾ ਇਮੀਡੀਏਟ ਨੇਬਰ ਨਹੀਂ ਸੀ, ਦੈਟ ਮੀਨਸ ਇੱਥੇ ਨਹੀਂ ਆ ਸਕਦਾ, ਇੱਥੇ ਨਹੀਂ ਆ ਸਕਦਾ ਜੀ। ਯੈਸ, ਜੀ ਇੱਥੇ ਵੀ ਨਹੀਂ ਆ ਪਾਏਗਾ ਕਿਉਂਕਿ ਐਚ ਹੈ, ਜੀ ਇੱਥੇ ਵੀ ਨਹੀਂ ਆ ਪਾਏਗਾ ਕਿਉਂਕਿ ਬੀ ਹੈ, ਜੀ ਇੱਥੇ ਵੀ ਨਹੀਂ ਆ ਪਾਏਗਾ। ਠੀਕ ਹੈ, ਆ ਵੀ ਗਲਤ ਹੋ ਗਿਆ, ਆ ਵੀ ਗਲਤ ਹੋ ਗਿਆ। ਆਪਾਂ ਇਹਨੂੰ ਕੋਈ ਕਲਰ ਚੇਂਜ ਕਰ ਲੈਂਦੇ ਹਾਂ। ਕੀ ਸਮਝ ਪਾ ਰਿਹਾ ਮੈਂ ਕੀ ਕਰ ਰਿਹਾ? ਜੀ ਇੱਥੇ ਨਹੀਂ ਆ ਸਕਦਾ ਕਿਉਂਕਿ ਟੀਚਰ ਦਾ ਇਮੀਡੀਏਟ ਨੇਬਰ ਨਹੀਂ ਸੀ, ਜੀ ਇੱਥੇ ਵੀ ਨਹੀਂ ਆ ਸਕਦਾ ਕਿਉਂਕਿ ਟੀਚਰ ਦਾ ਇਮੀਡੀਏਟ ਨੇਬਰ ਨਹੀਂ ਸੀ। ਇੱਥੇ ਆਲਰੇਡੀ ਐਚ, ਇੱਥੇ ਵੀ ਨਹੀਂ ਆ ਸਕਦਾ, ਇੱਥੇ ਆਲਰੇਡੀ ਵੀ, ਇੱਥੇ ਵੀ ਨਹੀਂ ਆ ਸਕਦਾ। ਇੱਥੇ ਕਿਉਂ ਨਹੀਂ ਆ ਸਕਦਾ? ਕਿਉਂਕਿ ਡੀ ਨਹੀਂ ਆਣਾ ਸੈਕਿੰਡ ਲੈਫਟ ਤੇ। ਇੱਥੇ ਆ ਸਕਦਾ ਬਿਲਕੁਲ। ਇੱਥੇ ਨਹੀਂ ਆ ਸਕਦਾ ਕਿਉਂਕਿ ਏ ਹੈ। ਇੱਥੇ ਵੀ ਨਹੀਂ ਆ ਪਾਏਗਾ ਕਿਉਂਕਿ ਇਹਦੇ ਸੈਕਿੰਡ ਲੈਫਟ ਤੇ ਅਗੇਨ ਡੀ ਨਹੀਂ ਆਉਂਦਾ। ਸੋ ਇੱਕੋ ਹੀ ਆਪਸ਼ਨ ਬਚਿਆ ਫਿਰ ਇੱਥੇ। ਠੀਕ ਹੈ, ਸੋ ਆਹ ਵਾਲਾ ਆਪਸ਼ਨ ਆਪਾਂ ਚੈੱਕ ਕਰਦੇ ਹਾਂ। ਇੱਧਰ ਵੀ ਦੇਖ ਲੈਂਦੇ, ਜੀ ਇੱਥੇ ਨਹੀਂ ਹੈ, ਇੱਥੇ ਨਹੀਂ ਹੈ, ਇੱਥੇ ਨਹੀਂ ਹੈ, ਜੀ ਇੱਥੇ ਵੀ ਨਹੀਂ ਹੈ, ਐਚ ਬੈਠਾ ਹੈ, ਜੀ ਇੱਥੇ ਵੀ ਨਹੀਂ ਹੈ ਕਿਉਂਕਿ ਜੇ ਮੈਂ ਜੀ ਇੱਥੇ ਲਵਾਂ ਤਾਂ ਮੈਂ ਡੀ ਕਿੱਥੇ ਲਵਾਂਗਾ ਫਿਰ? ਐਚ ਆ ਗਿਆ ਨਾ ਇੱਥੇ। 1 2 3 4 5 ਕੈਂਸਲ ਹੋ ਗਏ। ਇੱਥੇ ਵੀ ਨਹੀਂ ਹੈ ਐਕਚੁਅਲੀ, ਕਿਉਂ? ਫਿਰ ਨਹੀਂ ਡੀ ਆਣਾ। ਇੱਥੇ ਆਲਰੇਡੀ ਇਹ ਇੱਥੇ ਤਾਂ ਸਾਰੇ ਹੀ ਕੈਂਸਲ ਹੋ ਗਏ। ਬਚਿਆ ਕੋਈ ਜਿੱਥੇ ਆਪਾਂ ਡੀ ਲੈ ਸਕੀਏ। ਆ ਕਲੀਅਰ ਹੋ ਗਈ ਸਟੇਟਮੈਂਟ? ਕਿਤੇ ਵੀ ਡੀ, ਕਿਤੇ ਵੀ ਜੀ ਆਉਂਦਾ ਨਹੀਂ ਹੈ। ਇੱਥੇ ਨਹੀਂ, ਇੱਥੇ ਨਹੀਂ ਕਿਉਂਕਿ ਟੀਚਰ ਦਾ ਇਮੀਡੀਏਟ ਨੇਬਰ ਹੈ ਨਹੀਂ, ਇੱਥੇ ਨਹੀਂ ਕਿਉਂਕਿ ਡੀ ਨਹੀਂ ਆਏਗਾ, ਇੱਥੇ ਆਲਰੇਡੀ ਐਚ ਹੈ, ਇੱਥੇ ਨਹੀਂ ਕਿਉਂਕਿ ਫਿਰ ਅਗੇਨ ਡੀ ਨਹੀਂ ਆਏਗਾ, ਕੈਂਸਲ ਹੋ ਗਿਆ, ਇੱਥੇ ਨਹੀਂ ਕਿਉਂਕਿ ਫਿਰ ਡੀ ਨਹੀਂ ਆਣਾ, ਇੱਥੇ ਤਾਂ ਆਲਰੇਡੀ ਸਪੇਸ ਆਕੂਪਾਈਡ ਹੈ। ਸੋ ਕੋਈ ਵੀ ਜਗ੍ਹਾ ਨਹੀਂ ਬਚੀ। ਸੋ ਦੈਟ ਮੀਨਸ ਆ ਗਲਤ ਹੋ ਗਿਆ। ਫਿਰ ਇੱਥੇ ਆਏਗਾ ਕੀ ਕਲੀਅਰ ਹੋ ਰਿਹਾ ਆਪਾਂ ਨੂੰ? ਸੋ ਇੱਥੇ ਕੌਣ ਆਏਗਾ? ਜੀ, ਤੇ ਇੱਥੇ ਕੌਣ ਆਏਗਾ? ਡੀ। ਹੁਣ ਜੇ ਆਪਾਂ ਚੈੱਕ ਕਰੀਏ, ਆ ਸੀਗਾ E is not an immediate neighbor of H, H ਦਾ immediate neighbor E ਨਹੀਂ ਹੈ। ਸੋ ਫਿਰ E ਦੇ ਲਈ ਆਹੀ ਆਪਸ਼ਨ ਬਚਦੀ ਹੈ। ਕੀ ਕਲੀਅਰ ਹੋ ਗਿਆ? ਯੈਸ ਔਰ ਨੋ? Only one person sit between businessman and F. ਬਿਜ਼ਨਸਮੈਨ ਤੇ F ਦੇ ਵਿੱਚ ਇੱਕੋ ਹੀ ਪਰਸਨ ਬੈਠਾ ਹੈ। F ਤਾਂ ਇੱਥੇ ਹੋਏਗਾ ਜਾਂ ਇੱਥੇ ਹੋਏਗਾ। ਠੀਕ ਹੈ, E is neither a businessman nor a ਡਾਕਟਰ। ਚਲੋ ਆਪਾਂ ਈ ਨੂੰ ਪਹਿਲਾਂ ਅਰੇਂਜ ਕਰ ਲਈਏ। ਈ ਬਿਜ਼ਨਸਮੈਨ ਵੀ ਨਹੀਂ ਹੈ, ਡਾਕਟਰ ਵੀ ਨਹੀਂ ਹੈ। ਸੋ ਪ੍ਰੋਫੈਸ਼ਨ ਸਿਰਫ 3 ਹੀ ਬਚੇ ਸੀ ਕਿਉਂਕਿ 1 2 3 4 5 ਤਾਂ ਹੋ ਗਏ। ਆਹ 3 ਦੇ ਪ੍ਰੋਫੈਸ਼ਨ ਰਹਿ ਗਏ ਨਾ, ਤੇ ਇਹਨਾਂ ਚੋਂ ਇੱਕ ਤਾਂ ਬਿਜ਼ਨਸਮੈਨ ਹੋਏਗਾ, ਇੱਕ ਡਾਕਟਰ ਹੋਏਗਾ। ਉਹ ਬਟ ਉਹ ਈ ਨਹੀਂ ਹੈ। ਈ ਕੌਣ ਹੋਏਗਾ ਫਿਰ? ਆਕੀ ਸਮਝ ਆ ਰਿਹਾ ਮੈਂ ਕੀ ਕਰ ਰਿਹਾ? ਕਿਉਂਕਿ ਈ ਡਾਕਟਰ ਵੀ ਨਹੀਂ ਹੈ, ਬਿਜ਼ਨਸਮੈਨ ਵੀ ਨਹੀਂ ਹੈ, ਲਿਖਿਆ ਹੋਇਆ ਨਾ ਇੱਥੇ। ਯੈਸ ਔਰ ਨੋ? ਈ ਇਜ਼ ਨਾਈਦਰ ਏ ਬਿਜ਼ਨਸਮੈਨ ਡਾਕਟਰ। ਫਿਰ ਜਿਹੜਾ ਪ੍ਰੋਫੈਸ਼ਨ ਬਚ ਗਿਆ ਹੋਏਗਾ ਉਹੀ ਹੋਏਗਾ ਇਹ। ਬਟ ਆਪਾਂ ਚਲੋ ਇਹ ਸਮਝ ਆਉਂਦਾ ਫਿਰ ਇੱਧਰ ਕੌਣ ਹੋਏਗਾ। ਸੋ ਐਫ ਨੂੰ ਆਪਾਂ ਇੱਥੇ ਨਹੀਂ ਲੈ ਸਕਦੇ ਕਿਉਂਕਿ ਇੱਕ ਛੱਡ ਕੇ ਇੱਧਰ ਬਿਜ਼ਨਸਮੈਨ ਨਹੀਂ ਆਉਣਾ, ਇੱਕ ਛੱਡ ਕੇ ਇੱਧਰ ਵੀ ਬਿਜ਼ਨਸਮੈਨ ਨਹੀਂ ਆਉਣਾ ਕਿਉਂਕਿ ਉੱਧਰ ਇੱਕ ਆਰਕੀਟੈਕਟ ਹੈ। ਕੀ ਸਮਝ ਆਇਆ? ਐਫ ਇੰਜੀਨੀਅਰ ਨਹੀਂ ਹੋ ਸਕਦਾ। ਐਫ ਇੱਧਰ ਹੀ ਹੋਏਗਾ ਕਿਉਂਕਿ ਇੱਕ ਛੱਡ ਕੇ ਬਿਜ਼ਨਸਮੈਨ ਇੱਧਰ ਤਾਂ ਨਹੀਂ ਆਉਣਾ, ਬਟ ਬਿਜ਼ਨਸਮੈਨ ਇਹ ਤਾਂ ਹੋ ਸਕਦਾ। ਤੇ ਜੇ ਬਿਜ਼ਨਸਮੈਨ ਕਨਫਰਮ ਹੋ ਗਿਆ, ਸਾਨੂੰ ਇਹ ਵੀ ਕਨਫਰਮ ਹੋ ਜਾਏਗਾ ਇਹ ਕੌਣ ਹੈ? ਡਾਕਟਰ। ਸੋ ਇਹ ਕੌਣ ਹੈ? ਕਿਉਂਕਿ ਬਿਜ਼ਨਸਮੈਨ ਵੀ ਨਹੀਂ ਹੈ, ਡਾਕਟਰ ਵੀ ਨਹੀਂ ਹੈ। ਸੋ ਆਪਾਂ ਨੂੰ ਚੈੱਕ ਕਰਨਾ ਪਏਗਾ ਪ੍ਰੋਫੈਸ਼ਨਸ ਨੂੰ। ਪ੍ਰੋਫੈਸ਼ਨਸ ਕਿਹੜੇ ਸੀ? ਸ਼ਾਪਕੀਪਰ ਹੋ ਗਿਆ ਸੀ, ਬਿਜ਼ਨਸ ਟੀਚਰ, ਆਰਕੀਟੈਕਟ, ਇੰਜੀਨੀਅਰ, ਡਾਕਟਰ, ਬਿਜ਼ਨਸ ਬੈਂਕਰ ਨਹੀਂ ਹੋਇਆ ਹਲੇ। ਸੋ ਐਕਚੁਅਲੀ ਈ ਕੌਣ ਹੈ ਫਿਰ? ਬੈਂਕਰ। ਸੋ ਆ ਤੁਹਾਡੀ ਸਟੇਟਮੈਂਟ ਕੰਪਲੀਟ ਹੋ ਜਾਂਦੀ ਹੈ। ਠੀਕ ਹੈ, ਸੋ ਆ ਗਲਤ ਹੋ ਜਾਏਗੀ। ਆਪਾਂ ਇਹਦੇ ਕੁਐਸਚਨਸ ਜੇ ਚੈੱਕ ਕਰੀਏ, ਸੋ ਇਹਨੂੰ ਆਪਾਂ ਖਤਮ ਕਰ ਸਕਦੇ ਹਾਂ। ਸੋ ਫਸਟ ਕੁਐਸਚਨ, which of the following is true with respect to given sitting arrangement? True ਕਿਹੜਾ ਇਹਨਾਂ ਚੋਂ? shopkeeper sits second to the right of teacher, teacher ਦੇ second right ਤੇ shopkeeper ਨਹੀਂ, teacher ਦੇ second right ਤੇ doctor ਹੈ। the teacher sits between H and engineer, teacher ਹੈ ਜਿਹੜਾ ਉਹੀ ਤਾਂ H ਹੈ। the clerk is an immediate neighbor of the banker, clerk ਜਿਹੜਾ ਹੈ ਉਹ immediate neighbor of a banker ਹੈ। ਬਿਲਕੁਲ ਸਹੀ ਹੈ। ਸੋ ਆਂਸਰ ਕੀ ਆ ਗਿਆ? ਥਰਡ। ਕੀ ਕਲੀਅਰ ਹੋ ਗਿਆ? Second है, what is profession of H? H the profession teacher है। Fourth, what is the position of doctor with respect to banker? Doctor the position with respect to banker। So banker ਨੂੰ ਆਪਾਂ base ਲਵਾਂਗੇ last person ਨੂੰ। So doctor ਜੇ ਆਪਾਂ clockwise ਜਾਈਏ 1 2 3, third to the left ਹੋ ਗਿਆ, third to the left है गया option, second answer आ जाएगा। Who sits exactly between the architect and businessman? So architect and businessman, doctor D, so answer is fourth। Who among the following is a clerk? Clerk कौन सी? G, and that is fifth। क्या clear हो गया? 5 questions here।
कुछ इच पूछना है पुछ सकते हो। सो क्वेश्चन नंबर 17, so A, B, C, D, E, F, G and H study in the different standards, that is first, second, third, fourth, fifth, sixth, seventh and eighth. All of them are seated around a circle facing the center. ठीक है, सो आप 8 फ्रेंड्स 8 स्टूडेंट्स ਨੂੰ ਐਡਜਸਟ ਕਰਾਂਗੇ। ਸੋ C sits third to right of H, ਸੋ ਆਪਾਂ ਬੇਸ ਲਵਾਂਗੇ H ਤੇ ਰਾਈਟ ਵਿੱਚ ਥਰਡਸ ਰਾਈਟ ਹੁੰਦਾ ਐਂਟੀ ਕਲੌਕਵਾਈਜ਼, ਸੋ 1 2 3, ਸੋ ਇੱਥੇ ਆਪਾਂ ਅਰੇਂਜ ਕਰਾਂਗੇ C। H ਸਟੱਡੀਜ਼ ਇਨ ਸਟੈਂਡਰਡ 8, ਸੋ ਇਹਦਾ ਜੋ ਸਟੈਂਡਰਡ ਹੋਏਗਾ ਉਹ ਹੋਏਗਾ 8th। F sits second to left of E, ਸੋ ਜਿਹੜਾ F ਹੈ ਉਹ ਲੈਫਟ ਦੇ ਵਿੱਚ E ਦੇ, ਸੋ E ਦੇ ਕਲੌਕਵਾਈਜ਼ ਡਾਇਰੈਕਸ਼ਨ ਸੈਕਿੰਡ ਲੈਫਟ ਤੇ ਹੈ ਇੱਕ ਛੱਡ ਕੇ। E is not an immediate neighbor of C or H, ਠੀਕ ਹੈ, ਸੋ E ਇੱਥੇ ਵੀ ਨਹੀਂ ਹੈ, ਸੋ E ਇੱਥੇ ਵੀ ਨਹੀਂ ਹੈ, ਇੱਥੇ ਵੀ ਨਹੀਂ ਹੈ E, ਠੀਕ ਹੈ, ਤੇ E ਇੱਥੇ ਵੀ ਨਹੀਂ ਹੈ, ਠੀਕ ਹੈ, ਇੱਥੇ H ਤੇ C ਹੈ, ਸੋ E ਇੱਥੇ ਵੀ ਨਹੀਂ ਆ ਸਕਦਾ ਤੇ E ਇੱਥੇ ਵੀ ਨਹੀਂ ਆ ਸਕਦਾ। ਸੋ 1 2 3 4 5 6 ਕੈਂਸਲ ਹੋ ਜਾਂਦੇ, 2 ਬਚਦੇ ਹੈ, ਠੀਕ ਹੈ, ਤੇ E ਆਪਾਂ ਐਕਚੁਅਲੀ ਇੱਥੇ ਵੀ ਨਹੀਂ ਲੈ ਸਕਦੇ, ਕਿਉਂ? ਕਿਉਂਕਿ ਜੇ ਆਪਾਂ E ਇੱਥੇ ਲੈਂਦੇ ਹਾਂ ਤਾਂ ਉਹਦੇ ਫਸਟ ਸੈਕਿੰਡ ਲੈਫਟ ਤੇ F ਨੂੰ ਅਰੇਂਜ ਨਹੀਂ ਕਰ ਸਕਦੇ, ਸੋ ਬਟ obviously ਆਪਾਂ ਸੋ E ਇੱਥੇ ਹੀ ਲਵਾਂਗੇ ਤੇ ਇੱਥੇ ਕੌਣ ਆ ਜਾਏਗਾ? F। ਆਈ ਹੋਪ ਤੁਹਾਨੂੰ ਇਹ ਸਟੇਟਮੈਂਟ ਕਲੀਅਰ ਹੁੰਦੀ ਹੈ, ਇਟਸ ਈਜ਼ੀ ਟੂ ਅੰਡਰਸਟੈਂਡ। ਨੈਕਸਟ ਸਟੇਟਮੈਂਟ ਚੈੱਕ ਕਰਦੇ ਹਾਂ, ਸੋ ਆਪਣੀ ਕੰਪਲੀਟ ਹੋ ਚੁੱਕੀ ਹੈ। The one who studies in standard first is an immediate neighbor of E, ਸੋ E ਦਾ ਇਮੀਡੀਏਟ ਨੇਬਰ ਫਸਟ ਸਟੈਂਡਰਡ 'ਚ ਪੜ੍ਹਦਾ ਹੈ, ਸੋ ਫਸਟ ਸਟੈਂਡਰਡ 'ਚ ਇਹ ਵੀ ਹੋ ਸਕਦਾ, ਫਸਟ ਸਟੈਂਡਰਡ 'ਚ ਇਹ ਵੀ ਹੋ ਸਕਦਾ। ਸੋ ਐਕਚੁਅਲੀ ਫਸਟ ਸਟੈਂਡਰਡ 2 ਆਪਸ਼ਨ ਬਣਦੇ ਆ, ਉਹ ਕਿਉਂ? ਕਿਉਂਕਿ E ਦਾ ਇਮੀਡੀਏਟ ਨੇਬਰ ਉੱਪਰ ਵੀ ਹੋ ਸਕਦਾ ਨੀਚੇ ਵੀ ਹੋ ਸਕਦਾ, ਸੋ ਇਹਨਾਂ ਦੋਨਾਂ ਵਿੱਚੋਂ ਫਸਟ ਸਟੈਂਡਰਡ ਕੌਣ ਹੈ ਆਪਾਂ ਨੂੰ ਕਨਫਰਮ ਨਹੀਂ ਹੈ। The one who studies in standard first is the immediate neighbor of E. 3 people sit between H and the student of standard 7, ਸੋ H ਤੇ ਸਟੂਡੈਂਟ ਆਫ ਸਟੈਂਡਰਡ 7 ਦੇ ਵਿੱਚ, ਸੋ ਸਟੈਂਡਰਡ 7 ਸਾਨੂੰ F ਲੈਣਾ ਪਏਗਾ ਕਿਉਂਕਿ ਇਹਨਾਂ ਦੋਨਾਂ ਦੇ ਵਿੱਚ 3 ਪੀਪਲ ਬੈਠੇ ਆ, ਸੋ ਭਾਵੇਂ ਆਪਾਂ ਇੱਧਰੋਂ ਕੰਸੀਡਰ ਕਰੀਏ, ਭਾਵੇਂ ਇੱਧਰੋਂ ਲੈਫਟ ਤੋਂ ਕੰਸੀਡਰ ਰਾਈਟ ਤੋਂ ਕੰਸੀਡਰ ਕਰੀਏ ਜਾਂ ਲੈਫਟ ਤੋਂ, 3 ਤਾਂ ਹੀ ਬਣਨੇ ਆ ਜੇ ਪਰਸਨ ਸਾਹਮਣੇ ਬੈਠਾ ਹੋਏਗਾ। ਸੋ 3 ਪਰਸਨਸ ਜੇ ਵਿੱਚ ਬੈਠੇ ਆ ਤਾਂ ਦੈਟ ਮੀਨਸ ਉਹ ਫੇਸ ਟੂ ਫੇਸ ਆਪਣੇ ਇੱਕ ਦੂਜੇ ਦੇ ਬੈਠੇ ਆ, ਸੋ 7 ਸਟੈਂਡਰਡ F ਦਾ ਹੋ ਜਾਏਗਾ। ਨੈਕਸਟ ਇਨਫੋਰਮੇਸ਼ਨ ਹੈ H, C and also their immediate neighbor do not study in standard 2, standard 2 ਪਰ ਅੱਗੇ ਵੀ ਹੈ। Only one person sits between the student of standard 2 and G, ਸੋ ਜਿਹੜਾ 2 ਸਟੈਂਡਰਡ ਦੇ ਵਿੱਚ ਹੈ ਤੇ ਜਿਹੜਾ G ਹੈ ਉਹਦੇ ਵਿੱਚ ਇੱਕ ਪਰਸਨ ਨੂੰ ਅਰੇਂਜ ਕਰਨਾ ਆਪਾਂ, ਤੇ HC ਤੇ ਉਹਦਾ ਦੇ ਇਮੀਡੀਏਟ ਨੇਬਰ ਸਟੈਂਡਰਡ 2 'ਚ ਨਹੀਂ ਹੈ, ਸੋ ਇਹਦੇ ਵਿੱਚ ਇੱਥੇ 2 ਨਹੀਂ ਹੈ, ਇਹ ਤਾਂ ਆਲਰੇਡੀ 8 ਦਾ 2 ਨਹੀਂ ਹੋ ਸਕਦਾ, ਇਹ ਵੀ 2 ਨਹੀਂ ਹੈ, C ਦਾ ਇਮੀਡੀਏਟ ਨੇਬਰ ਵੀ 2 ਨਹੀਂ ਹੈ, C ਵੀ 2 'ਚ ਨਹੀਂ ਹੈ, ਤੇ ਇਹ ਤਾਂ ਆਲਰੇਡੀ 7 ਹੈ, ਸੋ ਇੱਥੇ ਵੀ 2 ਨਹੀਂ ਹੈ। ਸੋ ਇਹਨਾਂ ਦੋਨਾਂ 'ਚੋਂ ਇੱਕ ਆਪਸ਼ਨ ਬਣਦਾ ਹੈ ਸੈਕਿੰਡ ਸਟੈਂਡਰਡ ਦਾ, ਸੋ ਜਾਂ ਤਾਂ ਇਹ ਸੈਕਿੰਡ ਸਟੈਂਡਰਡ 'ਚ ਹੈ ਜਾਂ ਇਹ ਸੈਕਿੰਡ ਸਟੈਂਡਰਡ 'ਚ, ਬਟ 2 ਤੋਂ ਬਾਅਦ ਇੱਕ ਛੱਡ ਕੇ ਆਪਾਂ G ਅਰੇਂਜ ਕਰਨਾ ਬਿਕੋਜ਼ ਓਨਲੀ ਵਨ ਪਰਸਨ ਸਿਟਸ ਬਿਟਵੀਨ ਦ ਸਟੂਡੈਂਟ ਆਫ ਸਟੈਂਡਰਡ 2 ਐਂਡ G। ਸੋ ਜੇ ਆਪਾਂ ਇਹ ਧਿਆਨ ਦੇਈਏ ਤਾਂ ਸਟੈਂਡਰਡ 2 ਆਪਾਂ ਕੋਲ 2 ਆਪਸ਼ਨ ਹੈ, ਸੋ ਜੇ ਮੈਂ ਇੱਥੇ ਸਟੈਂਡਰਡ 2 ਲਵਾਂ ਤਾਂ ਇੱਕ ਛੱਡ ਕੇ G ਇੱਧਰ ਤਾਂ ਨਹੀਂ ਆ ਸਕਦਾ, ਇੱਕ ਛੱਡ ਕੇ G ਇੱਧਰ ਆ ਸਕਦਾ ਹੈ, ਬਟ ਜੇ ਸਟੈਂਡਰਡ 2 ਆਪਾਂ E ਨੂੰ ਲੈ ਲਈਏ ਤਾਂ ਇੱਕ ਛੱਡ ਕੇ G ਇੱਧਰ ਨਹੀਂ ਆਏਗਾ, F ਹੈ, ਇੱਕ ਛੱਡ ਕੇ G ਇੱਧਰ ਵੀ ਨਹੀਂ ਆਏਗਾ, H ਹੈ। ਸੋ ਸਾਨੂੰ ਕਨਫਰਮ ਹੋ ਜਾਂਦਾ ਐਕਚੁਅਲੀ ਕਿ ਜਿਹੜਾ ਸੈਕਿੰਡ ਸਟੈਂਡਰਡ ਹੈ ਉਹ ਇੱਥੇ ਫਸਟ ਨਹੀਂ ਹੋਏਗਾ ਫਿਰ, ਕਿਉਂਕਿ ਇੱਥੇ ਕਨਫਰਮ ਹੋ ਜਾਂਦਾ ਇੱਥੇ ਸੈਕਿੰਡ ਸਟੈਂਡਰਡ ਹੈ, ਤੇ ਸੈਕਿੰਡ ਸਟੈਂਡਰਡ ਤੇ G ਦੇ ਵਿੱਚ ਇੱਕ ਪਰਸਨ ਹੈ, ਸੋ ਸੈਕਿੰਡ ਸਟੈਂਡਰਡ ਇੱਕ ਛੱਡ ਕੇ G ਇੱਧਰ ਨਹੀਂ ਆ ਸਕਦਾ, ਬਟ ਇੱਧਰ ਆਪਾਂ G ਨੂੰ ਅਰੇਂਜ ਕਰ ਸਕਦੇ। ਸੋ ਫਿਰ ਸਾਨੂੰ ਇਹ ਕਨਫਰਮ ਹੋ ਜਾਂਦਾ ਹੈ ਕਿ ਫਸਟ ਸਟੈਂਡਰਡ E ਦਾ ਨੇਬਰ ਆ ਨਹੀਂ ਹੈ, ਫਸਟ ਸਟੈਂਡਰਡ ਦੇ ਵਿੱਚ G ਹੈ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ। ਨੈਕਸਟ ਸੀਕੁਐਂਸ ਕੀ ਹੈ? ਸਟੂਡੈਂਟ ਆਫ ਸਟੈਂਡਰਡ 3rd and 4th ਆਰ ਇਮੀਡੀਏਟ ਨੇਬਰ ਆਫ ਈਚ ਅਦਰ, ਸੋ 3rd ਤੇ 4th ਸਟੈਂਡਰਡ ਵਾਲੇ ਇਮੀਡੀਏਟ ਨੇਬਰ ਹੈ ਈਚ ਅਦਰ ਦੇ। C ਇਜ਼ ਨਾਈਦਰ ਸਟੈਂਡਰਡ 4th ਨੋਰ ਸਟੈਂਡਰਡ 3, ਸੋ C 3rd ਸਟੈਂਡਰਡ ਵੀ ਨਹੀਂ ਹੈ, 4th ਸਟੈਂਡਰਡ ਵੀ ਨਹੀਂ ਹੈ। ਓਨਲੀ ਵਨ ਪਰਸਨ ਸਿਟਸ ਬਿਟਵੀਨ A ਐਂਡ ਦ ਸਟੂਡੈਂਟ ਆਫ ਸਟੈਂਡਰਡ 5, A ਵੀ ਹਲੇ ਨਹੀਂ ਹੈ। ਓਕੇ, ਸੋ ਪਹਿਲਾਂ ਦੁਬਾਰਾ ਚੈੱਕ ਕਰਦੇ ਹਾਂ। ਸਟੈਂਡਰਡ 3rd and 4th ਆਰ ਇਮੀਡੀਏਟ ਨੇਬਰ ਆਫ ਈਚ ਅਦਰ, 3rd and 4th C ਤਾਂ ਨਹੀਂ ਹੈ, ਇੱਥੇ ਨਹੀਂ, ਇੱਥੇ ਨਹੀਂ ਹੈ, ਇੱਥੇ ਹੋ ਸਕਦੇ ਪਰ ਇਮੀਡੀਏਟ ਨੇਬਰ 3 4 ਇਕੱਠੇ ਨਹੀਂ ਆਣੇ, ਸੋ ਇਹੀ ਹੋਏਗਾ ਸਟੈਂਡਰਡ 3rd ਤੇ 4th ਚੋਂ ਕੋਈ ਇੱਕ ਹੋਏਗਾ ਇਹਨਾਂ ਚੋਂ।
बट ਇਹ ਕਨਫਰਮ ਹੋ ਜਾਂਦਾ ਹੈ। ਸੋ ਫਸਟ ਇੱਥੇ ਤੇ ਆ ਦੋ ਰਹਿ ਗਏ। ਸੋ ਫਸਟ ਸੈਕਿੰਡ ਥਰਡ ਫੋਰਥ ਇਹਨਾਂ ਚੋਂ ਹੈ ਫਿਫਥ ਸਿਕਸਥ ਸੋ ਨੈਕਸਟ ਦੇ ਓਨਲੀ 1% ਸਿਟਸ ਬਿਟਵੀਨ ਏ ਐਂਡ ਦ ਸਟੂਡੈਂਟ ਆਫ ਸਟੈਂਡਰਡ ਫਿਫਥ। ਸੋ ਸਟੈਂਡਰਡ ਫਿਫਥ ਇਹ ਵੀ ਹੋ ਸਕਦਾ ਹੈ, ਇਹ ਵੀ ਹੋ ਸਕਦਾ ਹੈ, ਬਟ ਇਹ ਨਹੀਂ ਹੋ ਸਕਦਾ ਕਿਉਂਕਿ ਓਨਲੀ 1% ਸਿਟਸ ਬਿਟਵੀਨ ਏ ਐਂਡ ਦ ਸਟੂਡੈਂਟ ਆਫ ਸਟੈਂਡਰਡ ਫਿਫਥ। ਜੇ ਆਪਾਂ ਫਿਫਥ ਸਟੈਂਡਰਡ ਇੱਥੇ ਲਈਏ ਤਾਂ ਇੱਕ ਛੱਡ ਕੇ ਏ ਇੱਧਰ ਵੀ ਨਹੀਂ ਆਏਗਾ, ਇੱਧਰ ਵੀ ਨਹੀਂ ਆਏਗਾ। ਸੋ ਫਿਫਥ ਸਟੈਂਡਰਡ ਇਹ ਤਾਂ ਨਹੀਂ ਹੈ, ਇਹ ਹੋ ਨਹੀਂ ਸਕਦੇ ਕਿਉਂਕਿ ਥਰਡ ਫੋਰਥ ਜੋ ਹੈ ਸੋ ਇਹੀ ਫਿਫਥ ਸਟੈਂਡਰਡ ਹੋਏਗਾ। ਤੇ ਇੱਕ ਛੱਡ ਕੇ ਏ ਇੱਧਰ ਤਾਂ ਨਹੀਂ ਆਏਗਾ, ਇੱਕ ਛੱਡ ਕੇ ਏ ਇੱਧਰ ਹੋ ਸਕਦਾ ਹੈ। ਸੋ ਹੁਣ ਏ ਤੇ ਸਟੈਂਡਰਡ ਫਿਫਥ ਦੇ ਵਿੱਚ ਇੱਕ ਪਰਸਨ ਦੀ ਅਰੇਂਜਮੈਂਟ ਹੋ ਜਾਏਗੀ। ਓਕੇ, ਸੋ ਨੈਕਸਟ ਕੀ ਹੈ ਇਹ ਡਜ਼ ਨਾਟ ਸਟੱਡੀ ਇਨ ਸਟੈਂਡਰਡ 2। ਸੋ ਸਟੈਂਡਰਡ 2 ਦੇ ਵਿੱਚ ਨਹੀਂ ਹੈ। ਸੋ ਓਕੇ, ਸੋ ਏ ਦੀ ਆਪਸ਼ਨ ਇੱਥੇ ਵੀ ਆ ਸਕਦੀ ਸੀ। ਠੀਕ ਹੈ, ਠੀਕ ਹੈ, ਬਟ ਹਾਂ ਕਿਉਂਕਿ ਇਹ ਇੱਥੇ ਨਹੀਂ ਆ ਸਕਦਾ, ਉਹਨਾਂ ਨੇ ਕਿਹਾ ਸਟੈਂਡਰਡ 2 ਚ ਨਹੀਂ ਹੈ। ਸੋ ਏ ਓਕੇ, ਸੋ ਸੀ ਜੇ ਫਿਫਥ ਲਈ ਇੱਕ ਛੱਡ ਕੇ ਏ ਇੱਧਰ ਵੀ ਆ ਸਕਦਾ ਸੀ। ਠੀਕ ਹੈ, ਬਟ ਆਪਾਂ ਏ ਇੱਧਰ ਨਹੀਂ ਲਵਾਂਗੇ। ਸੋ ਆਪਾਂ ਏ ਇੱਧਰ ਹੀ ਲਵਾਂਗੇ। ਠੀਕ ਹੈ, ਸੋ ਏ ਇੱਧਰ ਵੀ ਨਹੀਂ ਹੈ। ਓਨਲੀ 1% is between A and the student of standard 5th। ठीक है, A does not study in standard 2, A स्टूड च नहीं है, और 3 च भी नहीं है। ओके, जे A ਇੱਥੇ ਹੈ ਤੇ ਫਿਰ ਇਹ ਸਟੈਂਡਰਡ 3 ਨਹੀਂ ਹੋਏਗਾ। ਓਕੇ, ਸਟੈਂਡਰਡ 4th ਹੋਏਗਾ ਤੇ ਇਹ ਸਟੈਂਡਰਡ 3 ਹੋਏਗਾ। ਸੋ ਆਪਾਂ ਨੂੰ ਇਹ 4th ਸਟੈਂਡਰਡ ਤੇ 3rd ਸਟੈਂਡਰਡ ਵੀ ਕਲੀਅਰ ਹੋ ਜਾਂਦਾ ਹੈ। ਨੈਕਸਟ B does not study in standard 2। ਸੋ ਸਟੈਂਡਰਡ 2 ਚ B ਨਹੀਂ ਹੈ, ਸੋ ਫਿਰ ਸਟੈਂਡਰਡ 3 ਚ ਹੋਏਗਾ B। ਸੋ A B C, this should be D E F G H। सो ये स्टैंडर्ड बच गया 1 2 3 4 5 7 8। सो 6 स्टैंडर्ड होएगा ई दा। आई होप ਤੁਹਾਨੂੰ ਇਹ ਸਾਰੀ ਸਟੇਟਮੈਂਟ ਕਲੀਅਰ ਹੋ ਜਾਂਦੀ ਹੈ। ਸੋ ਜੇ ਆਪਾਂ ਕੁਐਸਚਨਸ ਚੈੱਕ ਕਰੀਏ, ਫਸਟ ਕੁਐਸਚਨ ਚੈੱਕ ਕਰਦੇ ਹਾਂ, ਵਿਚ ਆਫ ਦ ਫੋਲੋਇੰਗ ਇਜ਼ ਟਰੂ ਰਿਗਾਰਡਿੰਗ ਐਫ। ਐਫ ਦੇ ਬਾਰੇ ਕਿਹੜੀ ਸਹੀ ਇਨਫੋਰਮੇਸ਼ਨ ਹੈ। ਨਨ ਇਜ਼ ਟਰੂ, ਐਫ ਸਿਟਸ ਸੈਕਿੰਡ ਟੂ ਰਾਈਟ ਆਫ ਏ। ਸੋ ਐਫ ਹੈ ਜਿਹੜਾ ਉਹ ਸੈਕਿੰਡ ਟੂ ਰਾਈਟ ਆਫ ਏ ਹੈ, ਨਹੀਂ ਥਰਡ ਰਾਈਟ ਦੇ ਵਿੱਚ ਹੈ। 1% sits between F and student of standard 4th। F and student of standard 4th ਦੇ ਵਿੱਚ 1 no। D and G are immediate neighbor of F। D and G are immediate no। F study in standard 5 no। so answer is none is true। so answer जो आएगा होएगा 5th। next question है who among the following study in standard 3। स्टैंडर्ड 3 कौन पढ़ता है, बी। सो आंसर 4th आ जाएगा। हाउ मेनी परसेंट सिट बिटवीन डी एंड द स्टूडेंट ऑफ स्टैंडर्ड 4th व्हेन काउंटेड फ्रॉम द लेफ्ट हैंड साइड ऑफ स्टूडेंट ऑफ स्टैंडर्ड 4th। ठीक है, सो ਇਹਦਾ ਆਨਸਰ ਸੀਗਾ ਬੀ 4th ਤੇ ਡੀ ਐਂਡ ਸਟੈਂਡਰਡ 4th। ਸੋ ਡੀ ਕਿੱਥੇ ਹੈ, ਇੱਥੇ ਸਟੈਂਡਰਡ 4th ਵਾਲਾ ਆਪਸ਼ਨ ਇੱਥੇ ਹੈ। ਸੋ ਠੀਕ ਹੈ, ਸੋ ਜੇ ਆਪਾਂ ਕਾਊਂਟਡ ਫਰਮ ਦ ਲੈਫਟ ਹੈਂਡ ਸਾਈਡ ਆਫ स्टूडेंट ऑफ स्टैंडर्ड 4th। सो स्टैंडर्ड 4th लैफ्ट हैंड साइड इधर होएगा। सो इधरों 3 पर्सनस अरेंज होंगे। सो आंसर इज 4th। सो नेक्स्ट क्वेश्चन चेक करते हैं, which of the following is true। so 1 person sits between student of standard 4th and 6th। 4th 6 no। D study in standard 2 definitely correct। so second answer सही है। fifth question है who among the following represents immediate neighbor of G। जी ਦਾ ਇਮੀਡੀਏਟ ਨੇਬਰ H ਐਂਡ E ਹੈ। E ਹੈਗਾ H ਐਂਡ E। H ਐਂਡ ਦ ਸਟੂਡੈਂਟ ਆਫ ਸਟੈਂਡਰਡ 6th। H ਐਂਡ ਦ ਸਟੂਡੈਂਟ ਆਫ ਸਟੈਂਡਰਡ 6 ਬਿਲਕੁਲ ਇਹ ਵੀ ਸਹੀ ਹੈ, ਆਪਾਂ ਇਹਨੂੰ ਵੀ ਅਰੇਂਜ ਕਰ ਸਕਦੇ ਹਾਂ। ਸੋ ਆਂਸਰ ਇਜ਼ 3rd। ਸੋ ਇਹ ਤੁਹਾਡੇ ਆਂਸਰਸ ਹੈ 5 4 4 2 3। ਇਹ 5 ਕੁਐਸਚਨਸ ਦੇ ਆਂਸਰਸ। ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋਇਆ ਹੋਏਗਾ। Directions 6 to 8। 4 of the following 5 are alike in a certain way and so form a group, which is the one that does not belong to that group। ठीक है, सो ਇਹਨਾਂ ਵਿੱਚੋਂ ਇਹਨਾਂ ਦੋਨਾਂ ਵਿੱਚ 4 ਗਰੁੱਪ ਨੂੰ ਬਿਲੋਂਗ ਕਰਦੇ ਆ, ਇੱਕ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ, ਉਹ ਆਪਾਂ ਦੇਖਣਾ ਹੈ। ਸੋ BAH। ਸੋ BAH ठीक है। सो BAH लगातार है। EDG ओके, E तो बाद D फिर वापस गया G। CBF ठीक है, भी ਇਹਨੂੰ ਫੋਲੋ ਕਰਦਾ ਹੈ। HGA एंड DFB E ठीक है। सो BAH। सो BAH ही साड़ा आंसर होएगा। सो जो साड़ा आंसर है वो है 6 द फर्स्ट। नेक्स्ट भी आप ऑड वन आउट करना है। ED that is ED। FC that is FC। AH that is AH। EG that is EG।
CB, that is CB. So EG साड़ा आंसर आ जाएगा बिकॉज A दूसरी साइड जा रहा है. सो जो आप चेक करिए सारे ED लेफ्ट वाल मूव कर रहा है, FC लेफ्ट वाल मूव कर रहा है, AH लेफ्ट वाल मूव कर रहा है, EG ये राइट वाल मूव कर रहा है, CB ये भी लेफ्ट वाल मूव कर रहा है. सो जोड़ा साड़ा आंसर होएगा EG एंड दैट इज फोर्थ. क्वेश्चन नंबर 8 चेक कर दें. What will come in place of question mark? G, D, B, A, question mark. So G, D, G, D, B, A, next is question mark. So next की आंसर होएगा E, F, C, H, A ਦੇ ਵਿੱਚੋਂ. G फर्स्ट स्टैंडर्ड ਦੇ ਵਿੱਚ ਹੈ, D सेकंड स्टैंडर्ड 'ਚ ਹੈ, B थर्ड स्टैंडर्ड 'ਚ ਹੈ, A फोर्थ स्टैंडर्ड 'ਚ ਹੈ, नेक्स्ट फिफ्थ स्टैंडर्ड ਦੇ ਵਿੱਚ C आ जाएगा. सो इस करके सिर्फ साਡਾ आंसर आएगा होएगा थर्ड. सो ये सारे आंसर्स है. आई होप ਤੁਹਾਨੂੰ क्लियर हो रहा है. क्वेश्चन नंबर 18. So 1, 2, 3, 4, 5, 6, 7, 8 are captains of eight different cricket teams, namely Australia, New Zealand, India, Pakistan, Sri Lanka, England, West Indies and South Africa, but not such in the same order. All of them are seated around a circle table and are facing the center. So ਆਪਾਂ 8 ਪਰਸਨਸ ਨੂੰ ਅਰੇਂਜ ਕਰਾਂਗੇ. P is sitting third to the left of the Sri Lankan captain. So ਆਪਾਂ Sri Lankan captain ਨੂੰ ਬੇਸ ਲਵਾਂਗੇ. ਲੈਫਟ ਵਿੱਚ ਥਰਡ, ਲੈਫਟ ਹੁੰਦਾ ਕਲੌਕਵਾਈਜ਼. ਸੋ 1, 2, 3. ਸੋ ਇੱਥੇ ਕੌਣ ਆ ਜਾਏਗਾ? P. Only 2 people sit between T and W. ठीक है. T ਤੇ W ਦੇ ਵਿੱਚ ਕਿੰਨੇ ਪਰਸਨਸ ਹੈ? 2. Neither T nor W is an immediate neighbor of P. So T ਤੇ W ਇੱਥੇ ਵੀ ਨਹੀਂ ਹੈ ਤੇ T ਤੇ W ਇੱਥੇ ਵੀ ਨਹੀਂ ਹੈ. ਠੀਕ ਹੈ. Neither T nor W is a captain of Sri Lanka. So T ਤੇ W ਇੱਥੇ ਵੀ ਨਹੀਂ ਹੈ. ठीक है. 2 people sit between T and W. Neither T nor W is a immediate neighbor of P. Neither T nor W is a captain of Sri Lanka. The captain of South Africa sits second to the right of S. S is not an immediate of P. ठीक है. So T ਤੇ W ਕਿੱਥੇ ਆ ਸਕਦੇ ਆ? ਸੋ T ਤੇ W ਦੇ ਵਿੱਚ 2 ਪਰਸਨਸ ਹੈ. ਸੋ 1, 2, 3 ਤੇ ਇੱਥੇ ਵੀ T W ਨਹੀਂ ਹੋ ਸਕਦੇ ਕਿਉਂਕਿ ਆਲਰੇਡੀ P ਹੈ. ਇਹ 4 ਆਪਸ਼ਨਸ ਕੈਂਸਲ ਹੁੰਦੇ. P ਦੀ ਜਗ੍ਹਾ ਤੇ ਨਹੀਂ ਆ ਸਕਦਾ, P ਤੇ ਇਮੀਡੀਏਟ ਨੇਬਰ ਨਹੀਂ ਹੋ ਸਕਦਾ, ਇੱਥੇ ਵੀ ਨਹੀਂ ਹੋ ਸਕਦਾ ਸ਼੍ਰੀਲੰਕਾ. ਸੋ ਕਿੰਨੇ ਆਪਸ਼ਨਸ ਹੈ T ਤੇ W ਦੇ? 1, 2, 3, 4. ਯੈਸ ਔਰ ਨੋ? ਸੋ ਚੈੱਕ ਕਰਦੇ ਹਾਂ ਆਪਾਂ ਕਿਹੜੇ ਕਿਹੜੇ ਆਪਸ਼ਨਸ ਹੋ ਸਕਦੇ, ਕਿਹੜੇ ਨਹੀਂ ਹੋ ਸਕਦੇ. ਜੇ ਆਪਾਂ T ਨੂੰ ਇੱਥੇ ਲਈਏ, 1, 2 ਛੱਡ ਕੇ W ਇੱਧਰ ਵੀ ਨਹੀਂ ਆਉਣਾ, 1, 2 ਛੱਡ ਕੇ W ਇੱਧਰ ਵੀ ਨਹੀਂ ਆਉਣਾ. ਜੇ ਆਪਾਂ W ਇੱਧਰ ਲਈਏ ਤਾਂ ਵੀ 1, 2 ਛੱਡ ਕੇ T ਨਹੀਂ ਆਉਣਾ, ਇੱਧਰ ਵੀ 1, 2 ਛੱਡ ਕੇ T ਨਹੀਂ ਆਉਣਾ. ਸੋ ਦੈਟ ਮੀਨਸ ਆ ਵੀ ਆਪਸ਼ਨ ਕੈਂਸਲ ਹੋ ਜਾਂਦੀ ਹੈ ਫਿਰ T ਤੇ W ਦੇ ਲਈ. ਜੇ ਆਪਾਂ T ਤੇ W ਇੱਥੇ ਲਈਏ, ਠੀਕ ਹੈ, ਸੋ 1, 2 ਛੱਡ ਕੇ ਇੱਧਰ ਨਹੀਂ ਆਉਣਾ ਦੂਸਰਾ, ਜਾਂ ਫਿਰ 1, 2 ਛੱਡ ਕੇ ਇੱਧਰ ਵੀ ਨਹੀਂ ਆਉਣਾ ਦੂਸਰਾ. ਕੀ ਕਲੀਅਰ ਹੋ ਰਿਹਾ ਕਿ ਨਹੀਂ? ਸੋ ਆ ਵੀ ਆਪਸ਼ਨ ਕੀ ਹੋ ਜਾਂਦੀ ਹੈ ਇਹਨਾਂ ਦੇ ਲਈ? ਕੈਂਸਲ ਹੋ ਜਾਂਦੀ ਹੈ T W ਦੇ. ਲੈਟਸ ਸਪੋਜ਼ T ਜਾਂ W ਆਪਾਂ ਇੱਥੇ ਕਿਤੇ ਲਈਏ, 1, 2 ਛੱਡ ਕੇ ਇੱਧਰ ਤਾਂ W ਜਾਂ T ਨਹੀਂ ਆ ਸਕਦਾ, 1, 2 ਛੱਡ ਕੇ ਇੱਧਰ ਜੇ T ਜਾਂ W ਕੋਈ ਆ ਸਕਦਾ. ਠੀਕ ਹੈ. ਸੋ ਆ ਇੱਕ ਆਪਸ਼ਨ ਹੈ. ਸੋ ਜਾਂ ਫਿਰ ਇੱਧਰ T ਲੈ ਲਈਏ ਤਾਂ ਇੱਧਰ W ਆ ਸਕਦਾ, ਜਾਂ ਇੱਧਰ W ਲੈ ਲਈਏ ਤਾਂ ਇੱਧਰ T ਆ ਸਕਦਾ. ਹੋਰ ਕਿਤੇ ਆਪਸ਼ਨ ਹੈ ਕਿਤੇ T ਜਾਂ W ਨੂੰ ਅਰੇਂਜ ਕਰਨ ਦੀ? ਨੋ. ਠੀਕ ਹੈ. ਸੋ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ T ਤੇ W ਜਿਹੜੇ ਹੈ ਉਹਦੇ ਲਈ ਆ ਪੋਜੀਸ਼ਨਸ ਕਨਫਰਮ ਹੋ ਜਾਂਦੀਆਂ. ਕੀ ਕਲੀਅਰ ਹੋ ਗਿਆ? ਨੈਕਸਟ ਹੈ the captain of South Africa sits second to the right of S. S is not an immediate neighbor of P. So ਜਿਹੜਾ ਕੈਪਟਨ ਹੈ ਸਾਊਥ ਅਫਰੀਕਾ ਦਾ, ਉਹ ਕਿਤੇ ਸਿਟਸ ਟੂ ਦ ਰਾਈਟ ਆਫ S. S ਦੇ ਰਾਈਟ ਮੀਨਸ ਐਂਟੀ ਕਲੌਕਵਾਈਜ਼, ਸੈਕੰਡ ਰਾਈਟ ਤੇ ਸਾਊਥ ਅਫਰੀਕਾ ਦਾ ਕੈਪਟਨ ਹੈ, ਤੇ S is not an immediate neighbor of P. ਜਿਹੜਾ S ਹੈ ਉਹ ਨਾ ਇੱਥੇ ਹੈ ਤੇ ਨਾ S ਇੱਥੇ ਹੈ. ਇੱਥੇ ਤਾਂ ਨਹੀਂ ਹੋ ਸਕਦਾ S, ਕਿਉਂਕਿ ਇਹ ਤਾਂ ਹੁਣ T W ਇਹਨਾਂ ਦੋਨਾਂ 'ਚੋਂ ਕੋਈ ਇੱਕ ਹੋਏਗਾ ਇੱਥੇ. ਉਹ ਸਾਨੂੰ ਕਿੱਦਾਂ ਪਤਾ ਲੱਗੇਗਾ? ਆਪਾਂ ਅੱਗੇ ਚੈੱਕ ਕਰਾਂਗੇ ਕਿ ਇੱਥੇ T ਹੈ ਕਿ W ਹੈ, ਕੋਈ ਇੱਕ ਪੋਜੀਸ਼ਨ ਕਨਫਰਮ ਹੋ ਜਾਏਗੀ. ਸੋ S ਇੱਥੇ ਜੇ ਲਈਏ ਤਾਂ ਇੱਧਰ ਸਾਊਥ ਅਫਰੀਕਾ ਆ ਜਾਂਦਾ. ਸੋ ਨੈਕਸਟ ਦੇਖਦੇ ਹਾਂ ਕੋਈ ਹੋਰ ਇਨਫੋਰਮੇਸ਼ਨ ਹੈਗੀ ਹੈ. ਹਾਂ, S ਇਜ਼ ਨਾਟ ਸ਼੍ਰੀ ਲੰਕਨ ਕੈਪਟਨ, ਸੋ S ਇੱਥੇ ਵੀ ਨਹੀਂ ਹੈ. ਐਂਡ P ਇਜ਼ ਨਾਟ ਦ ਕੈਪਟਨ ਆਫ ਸਾਊਥ ਅਫਰੀਕਾ, P ਸਾਊਥ ਅਫਰੀਕਾ ਦਾ ਕੈਪਟਨ ਨਹੀਂ ਹੈ.
सो एस ਦੇ ਲਈ ਕਿੰਨੀਆਂ ਆਪਸ਼ਨਸ ਕੈਂਸਲ ਹੋ ਜਾਂਦੀਆਂ 1 2 3 4 5 ਆ ਕੈਂਸਲ ਹੋ ਜਾਂਦੀਆਂ 6 ਆ ਵੀ ਕੈਂਸਲ ਹੋ ਜਾਂਦੀ ਹੈ ਕਿਉਂਕਿ ਇੱਥੇ TW 'ਚ ਕੋਈ ਇੱਕ ਹੋਏਗਾ ਇਸ ਲਈ ਸਿਰਫ ਦੋ ਆਪਸ਼ਨਸ ਬਚਦੀਆਂ ਐਸ ਨੂੰ ਆਪਾਂ ਇੱਥੇ ਨਹੀਂ ਲੈ ਸਕਦੇ ਕਿਉਂਕਿ ਰਾਈਟ ਤੇ ਸਾਊਥ ਅਫਰੀਕਾ ਨਹੀਂ ਹੋਏਗਾ ਸੋ ਦੈਟ ਮੀਨਸ ਐਸ ਨੂੰ ਇੱਥੇ ਅਰੇਂਜ ਕਰਾਂਗੇ ਤੇ ਇੱਥੇ ਸਾਊਥ ਅਫਰੀਕਾ ਦਾ ਕੈਪਟਨ ਹੋਏਗਾ ਕੀ ਕਲੀਅਰ ਹੋ ਗਿਆ ठीक है सो ये भी कंप्लीट हो जाती है इन्फॉर्मेशन नेक्स्ट देखते हैं द ऑस्ट्रेलियन कैप्टन सिट्स थर्ड टू लेफ्ट ऑफ वी ऑस्ट्रेलियन एंड श्रीलंकन कैप्टन्स आर नॉट इमीडिएट नेबर ऑफ ईच अदर ओनली वन पर्सन सिट्स बिटवीन एस एंड द इंडियन कैप्टन सो एस एक छड्ड के साउथ अफ्रीका सी सो इंडियन कैप्टन आई होएगा फिर ठीक है भी कंप्लीट हो गया ओके सो आ इन्फॉर्मेशन देखते हैं द ऑस्ट्रेलियन कैप्टन सिट्स थर्ड टू लेफ्ट ऑफ वी सो वी जिथे भी होएगा वो क्लॉकवाइज डायरेक्शन 1 2 छड्ड के थर्ड ते ऑस्ट्रेलियन कैप्टन होएगा क्या क्लियर हो गया तो बट उन्हें नाल क्या है कि ऑस्ट्रेलियन एंड श्रीलंकन कैप्टन नॉट इमीडिएट नेबर ऑफ ईच अदर जो श्रीलंकन कैप्टन इत्थे है चलो इधर तो इंडियन है बट इत्थे ऑस्ट्रेलियन आ सकता है नहीं आ सकता ओके बट जे जिथे भी आप ऑस्ट्रेलियन कैप्टन लेना है वो श्रीलंकन कैप्टन नाल नहीं हो सकता बट ऑस्ट्रेलियन कैप्टन है कितने ऑस्ट्रेलियन कैप्टन इज थर्ड टू लेफ्ट ऑफ वी हुण वी नूं ट्राई करते हैं सारे पासे वी इत्थे तो नहीं आ सकता क्योंकि टी ते डब्ल्यू है वी जे आप इत्थे अरेंज करिए चेक करो जे आप वी नूं इत्थे अरेंज करिए थर्ड लेफ्ट 1 2 3 की ऑस्ट्रेलिया आएगा सो वी कैंसल हो गया वी नूं इत्थे नहीं आना पी है वी नूं जे आप इत्थे रखिए 1 2 3 की ऑस्ट्रेलिया आएगा नो गलत हो गया जे आप वी नूं इत्थे लईए 1 2 3 लैफ्ट ते ऑस्ट्रेलिया आएगा नो श्रीलंका कैप्टन है वी नूं इत्थे नहीं रख सकते इत्थे नहीं रख सकते क्योंकि इत्थे वी TW चो कोई एक है इत्थे एस नहीं रख सकते इत्थे भी नहीं रख सकते क्योंकि इत्थे इंडियन कैप्टन है ओ सॉरी TW चो कोई एक है वी इत्थे रहिए तो 1 2 3 ऑस्ट्रेलिया हो गया सो की आपां नूं क्लीयर हो गया आपां वी कित्थे अरेंज करना है सो दिस इज वी ते ये कौन है ऑस्ट्रेलियन कैप्टन आई होप तुहानूं समझ आंदा है क्या क्लियर हो गया वी होर किसी ऑप्शन से बनता नहीं है सो अभी इन्फॉर्मेशन सारी कंप्लीट हो गई नेक्स्ट है द कैप्टन ऑफ पाकिस्तान एंड न्यूजीलैंड आर इमीडिएट नेबर ऑफ ईच अदर एस इज नॉट कैप्टन ऑफ न्यूजीलैंड टीम पाकिस्तान ते न्यूजीलैंड कट्ठे है ठीक है तो ऑस्ट्रेलिया वाला ऑप्शन चेक कर देने पाकिस्तान ते न्यूजीलैंड ते साउथ अफ्रीका ऑस्ट्रेलिया इत्थे पाकिस्तान ते न्यूजीलैंड कट्ठे नहीं आने इत्थे इंडिया पाकिस्तान इत्थे श्रीलंका सो आई हो गए पाकिस्तान ते न्यूजीलैंड बट वो कहते एस इज नॉट फ्रॉम न्यूजीलैंड सो एस कौन होएगा फिर पाकिस्तान तो इन्हों चों टी या डब्ल्यू चो कोई कौन होएगा न्यूजीलैंड पाकिस्तान न्यूजीलैंड साउथ अफ्रीका ऑस्ट्रेलिया इंडियन श्रीलंका आ दो ऑप्शंस रह गए हुण क्लियर हुआ है नेक्स्ट है ओनली वन परसन सिट्स बिटवीन क्यू एंड कैप्टन ऑफ इंग्लैंड सो इन्हों चो कोई कैप्टन ऑफ इंग्लैंड होएगा या तो इत्थे होएगा या इत्थे होएगा तो लिखिया ओनली वन परसन सिट्स बिटवीन क्यू तो फिर इन्हों दे विचों एक क्यू भी होएगा द कैप्टन ऑफ इंग्लैंड इज इमीडिएट नेबर ऑफ एक्स जो कैप्टन ऑफ इंग्लैंड है वो इमीडिएट नेबर ऑफ एक्स होना चाहिए सो देखो कैप्टन ऑफ इंग्लैंड इधर नहीं हो सकता क्योंकि एक्स इधर भी नहीं है इधर भी नहीं है मैं की कह रहा है इतने कैप्टन ऑफ इंग्लैंड में ले सकते हैं देखो आके लिखे द कैप्टन ऑफ इंग्लैंड इज इमीडिएट नेबर ऑफ एक्स मैं ये कह रहा कि मैं इतने कैप्टन ऑफ इंग्लैंड ले सकते हैं नहीं क्योंकि इधर कौन है टी या डब्ल्यू चो कोई एक है तो इधर कौन है पी सो बट मैं इतने कैप्टन ऑफ इंग्लैंड किधर लूँगा वो नाल तो एक्स आना चाहिए ना सो कैप्टन ऑफ इंग्लैंड इत्थे नहीं आना इत्थे ही होएगा फिर कैप्टन ऑफ इंग्लैंड यस और नो सो इत्थे आ गया कैप्टन ऑफ इंग्लैंड आई होप तुहानूं क्लीयर हो रहा है तो कैप्टन ऑफ इंग्लैंड इत्थे है तो इधर नेबर फिर एक्स इधर तो नहीं होएगा इधर ही होएगा ठीक है W एंड Q आर नॉट इमीडिएट नेबर ऑफ ईच अदर ठीक है W तो Q तो आपां नूं पता नहीं कित्थे है इत्थे भी हो सकदा इत्थे भी हो सकदा ऊपर की सीगा ओनली वन परसन सिट्स बिटवीन Q एंड कैप्टन ऑफ इंग्लैंड Q तो कैप्टन ऑफ इंग्लैंड दे विच एक जना बैठा है सो Q तो जिहड़ा कैप्टन है इंग्लैंड दा वो तो एक जना विच होना चाहिए सो इत्थे तो नहीं हो सकदा Q इंग्लैंड तो इत्थे है कैप्टन ऑफ इंग्लैंड इत्थे एक छड़ के Q इत्थे तो नहीं हो सकदा इत्थे ही होएगा Q बट जो इतने क्यू होएगा तो फिर लास्ट लाइन सी W एंड Q आर नॉट इमीडिएट नेबर ऑफ ईच अदर सो फिर W तो नहीं हो सकता कौन होएगा T तो इधर T नहीं होएगा फिर इधर कौन होएगा W ठीक है सो इतने हो जाएगा T तो इतने हो जाएगा W सो एस पाकिस्तान V श्रीलंका T इंडियन कैप्टन W न्यूजीलैंड X साउथ अफ्रीका P ऑस्ट्रेलिया Q इतने आप एक कंट्री डिसाइड करांगे तो इतने एक परसन जो रह गया वो भी आप चेक करांगे जी कंट्री है वो कि
वेस्ट इंडीज़ है, ठीक है, सो नोट्स विच चैक हो जाएगा। सो वेस्ट इंडीज़ कंट्री है तो जो पर्सन है वो कौन होएगा, PQR है नहीं, सो R आ जाएगा, ठीक है। सो आ इन्फॉर्मेशन कंप्लीट हो जाती है, क्या क्लियर है। जब आप क्वेश्चंस ਨੂੰ चेक करिए, फर्स्ट क्वेश्चन आप चेक करते हैं, हाउ मैनी पीपल सिट बिटवीन T एंड द कैप्टन ऑफ इंग्लैंड व्हेन काउंटेड इन क्लॉकवाइज डायरेक्शन फ्रॉम T द कैप्टन ऑफ इंग्लैंड। सो 1 2 2 पर्सन है, सो थर्ड आंसर आ जाएगा साडा 2 वाला। हु अमंग द फॉलोइंग इज कैप्टन ऑफ ऑस्ट्रेलिया, कौन से का, P, सो आंसर फर्स्ट आ जाएगा। थर्ड क्वेश्चन है, विच ऑफ द फॉलोइंग वुड कम इन द प्लेस ऑफ क्वेश्चन मार्क बेस्ड अपॉन द गिवन सिटिंग अरेंजमेंट। VSVSXR, ठीक है। VS तो बाद एक छड्या होया तो उस तो बाद कौन है, XR, उस तो बाद है TV, दो छड़ के TV दिता होया, दैन है RP, V तो बाद 1 2 3 छड़ के RP दिता होया, 1 2 3 4 छड़ के WX, साड़ा आंसर आ जाएगा WX। सो साड़ा आंसर क्या है, 2। आकी क्लियर हो गया कि नहीं। सो आप सिटिंग अरेंजमेंट के बेस से क्वेश्चन को सॉल्व करना सी। नैक्सट है, विच ऑफ द फॉलोइंग इज ट्रू विद रिस्पैक्ट टू द गिवन सिटिंग अरेंजमेंट, कि इन्फॉर्मेशन सही है। सो आप लास्ट तो चेक करते हैं, एक्स सिट सेकेंड टू लैफ्ट ऑफ एस, एस का सेकेंड लैफ्ट नहीं है। 4 पीपल सिट बिटवीन W एंड Q, W एंड Q के 3 पर्सन है। कैप्टन ऑफ ऑस्ट्रेलिया एंड इंग्लैंड आर इमीडिएट नेबर ऑफ ईच अदर, बिल्कुल सही है। सो आंसर क्या रहेगा, थर्ड। हु अमंग द फॉलोइंग इज द इंडियन कैप्टन, इंडियन कैप्टनसी T, आंसर आ जाएगा फोर्थ। वॉट इज द पोजीशन ऑफ कैप्टन ऑफ वेस्ट इंडीज विद रिस्पैक्ट टू R, R ਨੂੰ बेस लवांगे आप लास्ट पर्सन ਨੂੰ, ठीक है। आप दसना है कैप्टन ऑफ वेस्ट इंडीज, सो वेस्ट इंडीज तो इधरली साइड है, सो आप एंटी क्लॉकवाइज, सो राइट ते सेकंड, सेकंड टू द राइट, सेकंड टू द राइट ऑप्शन है। सो आंसर क्या रहेगा, 4। सो ये थोड़े आंसर है 3 1 2 3 4 4। क्या क्वेश्चन क्लियर हो गया, कुछ पूछना है चो पूछ सकते हो।